ਆਪਣੇ ਕਲੱਬ ਵੱਲੋਂ ਤਾੜੀ ਮਾਰ ਦਿਓ, ਸਿੱਧੂ ਬਾਈ ਨੂੰ 9-11 ਦਿੱਤਾ ਜਾਣਾ। ਆਹ ਤਾੜੀ ਜ਼ੋਰਦਾਰ ਮਾਰ ਦਿਓ, ਤਾੜੀ ਮਾਰ ਦਿਓ ਸਿੱਧੂ ਮੂਸੇਵਾਲੇ ਦਾ। ਲਾਰੈਂਸ ਹੋਣਾ ਦੇ ਦਿਮਾਗ 'ਚ ਸਿੱਧੂ ਦੇ ਖਿਲਾਫ ਜਿਹੜੀ ਦੁਸ਼ਮਣੀ ਆਈ ਉਹ ਇਸ ਟੂਰਨਾਮੈਂਟ ਤੋਂ ਉਹਦੀ ਸ਼ੁਰੂਆਤ ਹੁੰਦੀ ਹੈ। ਤਾੜੀ ਮਾਰ ਦਿਓ ਸਿੱਧੂ ਮੂਸੇਵਾਲੇ ਦਾ। ਇਹ ਉਹ ਟੂਰਨਾਮੈਂਟ ਸੀ ਜਿੱਥੇ ਲਾਰੈਂਸ ਬਿਸ਼ਨੋਈ ਨੇ ਸਿੱਧੇ ਤੌਰ ਤੇ ਸਿੱਧੂ ਮੂਸੇਵਾਲਾ ਨੂੰ ਫੋਨ ਕਰਕੇ ਇਹ ਗੱਲ ਕਿਹਾ ਸੀ ਕਿ ਤੂੰ ਇਸ ਟੂਰਨਾਮੈਂਟ 'ਚ ਨਹੀਂ ਜਾਣਾ। ਤਾੜੀ ਮਾਰ ਦਿਓ, ਸਿੱਧੂ ਬਾਈ ਨੂੰ 9-11 ਦਿੱਤਾ ਜਾਣਾ। ਇਸ ਪੂਰੀ ਕਹਾਣੀ ਤੋਂ ਅੱਜ ਅਸੀਂ ਪੜਦਾ ਚੁੱਕਾਂਗੇ ਕਿ ਦਰਅਸਲ ਹੋਇਆ ਕੀ ਹੈ। ਉਹ ਦੋਨੋਂ ਲੱਕੀ ਪਟਿਆਲ ਹਾਲੇ ਤੱਕ ਇਸ ਦੁਨੀਆ ਦੇ ਵਿੱਚ ਨਾਮ ਹੀ ਨਹੀਂ ਸੀਗਾ। ਉਹ ਦੋ ਨਾਂ ਇਲਾਕੇ ਦੇ ਵਿੱਚ ਵੱਡੇ ਨਾਂ ਹੋਏ, ਜਿਹਨੂੰ ਕਹਿ ਲਓ ਕਿ ਉਹ ਪੂਰਾ ਉਹਨਾਂ ਦਾ ਉਸ ਵੇਲੇ ਸਿੱਕਾ ਚੱਲਦਾ ਸੀ ਇਸ ਜੁਰਮ ਦੀ ਦੁਨੀਆ ਦਾ। ਪਰ ਫਿਰ ਮੈਂ ਕਿਹਾ ਕਿ ਉਹ ਗੈਂਗਸਟਰ ਵਾਲੇ ਉਸ ਲੈਵਲ ਦੇ ਬੰਦੇ ਨਹੀਂ ਸੀਗੇ। ਪਾਰਟੀ ਦੇ ਵਿੱਚ ਦਾਰੂ ਦੂਰੂ ਚੱਲਦੀ ਹੈ, ਸਭ ਕੁਝ ਹੁੰਦਾ ਹੈ, ਤਾਂ ਇਹ ਮੰਨਿਆ ਜਾਂਦਾ ਵੀ ਸੁਦਾਗਰ ਨੇ ਪਾਰਟੀ ਦਾ ਡੀਜੇ ਬੰਦ ਕਰਾ ਕੇ ਕਿਹਾ ਕਿ ਭਾਗੋ ਮਾਜਰੇ ਵਾਲੇ ਇੱਕ ਪਾਸੇ ਆ ਜਾਣ। ਜੈਜ਼ੀ ਹੋਣਾ ਦੇ ਨਾਲ ਟਾਈਮ ਬੰਨਿਆ ਜਾਂਦਾ ਸੁਦਾਗਰ ਹੋਣਾ ਦਾ, ਔਰ ਉਹ ਟਾਈਮ ਬੰਨ ਕੇ ਜੈਜ਼ੀ ਤੇ ਉਹਦੇ ਨਾਲ ਇੱਕ ਜਿਹੜਾ ਵਿਅਕਤੀ ਜਿਹੜਾ ਲੱਕੀ ਦਾ ਦੋਸਤ ਜਿਹਨੇ ਟੂਰਨਾਮੈਂਟ ਕਰਾਇਆ, ਇਹ ਸਾਰੇ ਇਕੱਠੇ ਹੋ ਕੇ ਉਹ ਸੁਦਾਗਰ ਦੇ ਨਾਲ ਟਾਈਮ ਬੰਨ ਕੇ ਲੜਾਈ ਲੜਨ ਜਾਂਦੇ। ਜੈਜ਼ੀ ਦੀ ਲਾਰੈਂਸ ਹੋਣਾ ਨਾਲ ਦੋਸਤੀ ਅੰਦਰ ਜਾ ਕੇ ਹੁੰਦੀ ਹੈ। ਤਾਂ ਇਹ ਗਰੁੱਪ ਵੰਡਿਆ ਗਿਆ। ਜਦੋਂ ਇਹ ਗਰੁੱਪ ਵੰਡਿਆ ਗਿਆ ਤਾਂ ਗਰੁੱਪ ਵੰਡਣ ਤੋਂ ਬਾਅਦ ਜਦੋਂ ਸਿੱਧੂ ਮੂਸੇਵਾਲੇ ਨੂੰ 2018 ਦੇ ਟੂਰਨਾਮੈਂਟ 'ਚ ਉਹ ਬੰਦਾ ਜਿਹੜਾ ਤੀਜਾ ਵਿਅਕਤੀ ਜਿਹੜਾ ਮੈਂ ਤੁਹਾਨੂੰ ਦੱਸਿਆ, ਔਰ ਜੈਜੀ ਉਹਨਾਂ ਦੇ ਕਹੇ ਤੇ ਹੁਣ ਜਾਂ ਦੋਸਤੀ 'ਚ ਫਰਕ ਪੈਣ ਤੋਂ ਬਾਅਦ ਇੱਕ ਗਰੁੱਪਿਜ਼ਮ ਹੋ ਗਿਆ ਸੀ ਨਾ, ਹੋ ਗਿਆ ਸੀ। ਤਾਂ ਇਕੱਲੇ ਜੈਜੀ ਨੇ ਰੋਕਿਆ ਜਾਂ ਨਹੀਂ ਰੋਕਿਆ ਜਾਂ ਪੂਰੇ ਗਰੁੱਪ ਨੇ ਰੋਕਿਆ ਜਾਂ ਰੁਕਵਾਇਆ, ਇਹ ਹਾਲੇ ਵੀ ਐਕਸਪਲੋਰ ਕਰਨ ਵਾਲੀਆਂ ਗੱਲਾਂ ਨੇ। ਲਾਰੈਂਸ ਤਾਂ ਪਿਕਚਰ ਵਿੱਚ ਨਹੀਂ ਸੀ ਉਦੋਂ ਤੱਕ। ਲਾਰੈਂਸ ਪਿਕਚਰ ਦੇ ਵਿੱਚ ਆਉਂਦਾ ਹੈ ਕਿਉਂਕਿ ਲਾਰੈਂਸ ਸਿੱਧੂ ਨੂੰ ਫੋਨ ਕਰਦਾ ਹੈ। ਲਾਰੈਂਸ ਇਸ ਗੱਲ ਦਾ ਵਿਰੋਧ ਕਰਦਾ ਹੈ ਤੇ ਉਹ ਡਾਇਰੈਕਟਲੀ ਸਿੱਧੂ ਮੂਸੇਵਾਲੇ ਨੂੰ ਇਸ ਟੂਰਨਾਮੈਂਟ 'ਚ ਜਾਣ ਤੋਂ ਰੋਕਦਾ ਹੈ ਕਿ ਤੂੰ ਇਸ ਟੂਰਨਾਮੈਂਟ 'ਚ ਨਹੀਂ ਜਾਣਾ। ਇੱਥੋਂ ਤੱਕ ਵੀ ਪਤਾ ਲੱਗਿਆ ਕਿ ਉਦੋਂ ਜੱਗੂ ਨੇ ਵੀ ਵਿੱਚ ਪਿਆ ਤੇ ਜੱਗੂ ਨੇ ਵੀ ਕਿਹਾ ਕਿ ਇਹ ਕਬੱਡੀ ਦੀ ਦੁਨੀਆ 'ਚ ਤਕਰੀਬਨ ਜਿੰਨੇ ਲੋਕ ਕਬੱਡੀ ਨਾਲ ਜੁੜੇ ਉਹ ਜਾਣਦੇ ਆ ਕਿ ਇਹ ਸਭ ਕੁਝ ਕਬੱਡੀ 'ਚ ਆਮ ਹੈ। ਕਈ ਵਾਰੀ ਵੱਡੇ ਵੱਡੇ ਟੂਰਨਾਮੈਂਟਾਂ 'ਚ ਫੋਨ ਆ ਜਾਂਦੇ ਆ, ਖੜੇ ਪੈਰ ਪਲੇਅਰ ਟੂਰਨਾਮੈਂਟ ਛੱਡ ਜਾਂਦੇ ਆ। ਸਤਿ ਸ਼੍ਰੀ ਅਕਾਲ। ਸਿਆਸਤ ਲਾਈਵ ਦੇ ਇਸ ਐਪੀਸੋਡ ਦੇ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਰਵਿੰਦਰ ਸਿੰਘ। ਪਿਛਲੇ ਐਪੀਸੋਡ ਦੇ ਵਿੱਚ ਅਸੀਂ ਸਿੱਧੂ ਮੂਸੇਵਾਲੇ ਕਤਲ ਮਾਮਲੇ ਦੇ ਤਹਿਤ ਇੱਕ ਟੂਰਨਾਮੈਂਟ ਦੀ ਗੱਲ ਤੁਹਾਡੇ ਨਾਲ ਸਾਂਝੀ ਕਰੀ ਸੀ। ਇਹ ਉਹ ਟੂਰਨਾਮੈਂਟ ਸੀ ਜਿਸ ਤੋਂ ਬਾਅਦ ਦੱਸਿਆ ਜਾਂਦਾ ਕਿ ਤਲਖੀ ਵੱਧ ਗਈ ਸੀ। ਤੇ ਇਹ ਟੂਰਨਾਮੈਂਟ ਆਖਿਰਕਾਰ ਕਿਹੜਾ ਟੂਰਨਾਮੈਂਟ ਸੀ, ਕਦੋਂ ਹੋਇਆ ਤੇ ਤਲਖੀ ਵਧੀ ਤਾਂ ਵਧੀ ਕਿੱਦਾਂ, ਇਸ ਬਾਰੇ ਬੜੀ ਅਹਿਮ ਜਾਣਕਾਰੀ ਇਸ ਵੇਲੇ ਸਾਡੇ ਨਿਊਜ਼ ਐਡੀਟਰ ਸਿਮਰਜੋਤ ਸਿੰਘ ਮੱਕੜ ਦੇ ਕੋਲ ਹੈ। ਉਹ ਜਾਣਕਾਰੀ ਤੁਹਾਡੇ ਨਾਲ ਵੀ ਸਾਂਝੀ ਕਰਾਉਂਦੇ ਹਾਂ। ਮੱਕੜ ਸਾਹਿਬ, ਟੂਰਨਾਮੈਂਟ ਕਿਸ ਤਰੀਕੇ ਦੇ ਨਾਲ, ਕਿਉਂਕਿ ਪਿਛਲੇ ਐਪੀਸੋਡ ਦੇ ਵਿੱਚ ਵੀ ਤੁਸੀਂ ਖੁਲਾਸਾ ਇਸ ਟੂਰਨਾਮੈਂਟ ਦਾ ਕੀਤਾ ਸੀ ਕਿ ਰੋਕਿਆ ਗਿਆ ਸੀ ਪਰ ਸਿੱਧੂ ਮੂਸੇਵਾਲਾ ਗਿਆ, ਜਾਣ ਦੇ ਨਾਲ ਨਾ ਜੇ ਨਾ ਜਾਣ ਦੇ ਨਾਲ ਫਰਕ ਕੀ ਪੈ ਜਾਣਾ ਸੀ, ਜਾਂ ਚਲਿਆ ਗਿਆ ਤੇ ਫਿਰ ਕਿੱਦਾਂ ਉਹਨਾਂ ਨੇ ਸਮਝ ਲਿਆ ਕਿ ਇਹ ਸਾਡੇ ਕਹਿਣੇ ਤੋਂ ਬਾਹਰ ਹੈ? ਰਾਓ ਜੀ, ਇਹ 2018 ਦਾ ਕਬੱਡੀ ਟੂਰਨਾਮੈਂਟ ਚੰਡੀਗੜ੍ਹ ਦੇ ਨੇੜੇ, ਮੋਹਾਲੀ ਦੇ ਨੇੜੇ ਪਿੰਡ ਭਾਗੋ ਮਾਜਰਾ ਪੈਂਦਾ ਹੈ, ਬਿਲਕੁਲ ਸੈਕਟਰਾਂ 'ਚ ਹੀ ਆ ਜਾਂਦਾ ਹੈ ਭਾਗੋ ਮਾਜਰਾ ਪਿੰਡ। ਉਸ ਟੂਰਨਾਮੈਂਟ ਦੇ ਉੱਤੇ ਸਿੱਧੂ ਮੂਸੇਵਾਲੇ ਨੂੰ ਬੁਲਾਇਆ ਗਿਆ ਸੀ। ਉਹ ਟੂਰਨਾਮੈਂਟ ਜਿਸ ਬਾਰੇ ਅਸੀਂ ਪਿਛਲੇ ਐਪੀਸੋਡ ਦੇ ਵਿੱਚ ਗੱਲ ਕੀਤੀ ਸੀ ਕਿ ਲਾਰੈਂਸ ਬਿਸ਼ਨੋਈ ਦੀ ਸਿੱਧੂ ਮੂਸੇਵਾਲੇ ਦੇ ਨਾਲ ਜਿਹੜੀ ਰਿਫਟ ਹੈ ਉਹਦੀ ਸ਼ੁਰੂਆਤ ਮੇਜਰਲੀ, ਉਸ ਤੋਂ ਪਹਿਲਾਂ ਜੇ ਕੋਈ ਮਾੜੀਆਂ ਮੋਟੀਆਂ ਗੱਲਾਂ ਹੁੰਦੀਆਂ ਹੋਣਗੀਆਂ ਤਾਂ ਹੁੰਦੀਆਂ ਹੋਣਗੀਆਂ, ਲੇਕਿਨ ਮੇਜਰਲੀ ਜਿਹੜੀ ਲਾਰੈਂਸ ਹੋਣਾ ਦੇ ਦਿਮਾਗ 'ਚ ਸਿੱਧੂ ਦੇ ਖਿਲਾਫ ਜਿਹੜੀ ਦੁਸ਼ਮਣੀ ਆਈ ਉਹ ਇਸ ਟੂਰਨਾਮੈਂਟ ਤੋਂ ਉਹਦੀ ਸ਼ੁਰੂਆਤ ਹੁੰਦੀ ਹੈ। ਅਸੀਂ ਇਹ ਜ਼ਿਕਰ ਕੀਤਾ ਸੀ। ਇਸ ਟੂਰਨਾਮੈਂਟ ਨੂੰ ਜਿਨ੍ਹਾਂ ਨੇ ਆਰਗੇਨਾਈਜ਼ ਕਰਾਇਆ ਸੀ ਉਹ ਦੱਸਿਆ ਜਾਂਦਾ ਹੈ ਕਿ ਉਹ ਲੱਕੀ ਪਟਿਆਲ ਦੇ ਬਹੁਤ ਕਰੀਬੀ ਮਿੱਤਰ ਸੀਗੇ। ਇਸ ਪੂਰੀ ਕਹਾਣੀ ਤੋਂ ਅੱਜ ਅਸੀਂ ਪੜਦਾ ਚੁੱਕਾਂਗੇ ਕਿ ਦਰਅਸਲ ਹੋਇਆ ਕੀ ਹੈ। ਕੁਛ ਇੱਕ ਲੋਕਾਂ ਵੱਲੋਂ ਸਾਡੇ ਤੱਕ ਅਪਰੋਚ ਵੀ ਕੀਤੀ ਗਈ, ਕੁਛ ਉਹ ਉਸ ਦੌਰ ਦੇ
ਗੱਲਾਂ ਸਾਹਮਣੇ ਆਈਆਂ, ਲੇਕਿਨ ਇਸ ਪੂਰੀ ਕਹਾਣੀ ਨੂੰ ਸਮਝਣ ਵਾਸਤੇ 2009-10 ਤੱਕ ਵੀ ਪਿੱਛੇ ਜਾਣਾ ਪਊਗਾ। ਇਹਦੇ 'ਚ ਇਹ ਵੀ ਜ਼ਿਕਰ ਕਰਨਾ ਪਊਗਾ ਕਿ ਜਿਨ੍ਹਾਂ ਨੂੰ ਤੁਸੀਂ ਅੱਜ ਗੈਂਗਸਟਰ ਕਹਿ ਰਹੇ ਹੋ, ਕਿਹੜੇ ਹਾਲਾਤਾਂ 'ਚੋਂ ਨਿਕਲ ਕੇ ਉਹ ਗੈਂਗਸਟਰ ਬਣਦੇ ਨੇ, ਕਿਹੜੇ ਹਾਲਾਤਾਂ 'ਚੋਂ ਨਿਕਲ ਕੇ ਹਾਲਾਤ ਕਿਵੇਂ ਕਿਵੇਂ ਪੈਦਾ ਹੁੰਦੇ ਜਾਂਦੇ, ਕਿਵੇਂ ਸਕੇ ਭਰਾਵਾਂ ਵਰਗੇ ਰਹਿਣ ਵਾਲੇ ਮਿੱਤਰ ਜਦੋਂ ਅੱਡ ਹੁੰਦੇ ਆ ਤਾਂ ਉਹ ਦੁਸ਼ਮਣੀ ਦਾ ਲੈਵਲ ਕਿਸ ਪੱਧਰ ਤੇ ਪਹੁੰਚਦਾ। ਔਰ ਉਹ ਸਾਰੀਆਂ ਗੱਲਾਂ ਮੈਂ ਪਹਿਲੇ ਦਿਨ ਤੁਹਾਨੂੰ ਇੱਕ ਗੱਲ ਕਹੀ ਸੀ ਕਿ ਕੁਝ ਵੀ ਅਨਿਖੜਵਾਂ ਨਹੀਂ ਹੈ, ਆਈਸੋਲੇਟਡ ਨਹੀਂ ਹੈ, ਸਭ ਕੁਝ ਜੁੜਿਆ ਹੁੰਦਾ ਹੈ। ਇਸ ਸ੍ਰਿਸ਼ਟੀ ਦਾ ਨਿਯਮ ਹੈ ਰਾਓ ਜੀ, ਹਰ ਇੱਕ ਚੀਜ਼ ਕੜੀ ਦਰ ਕੜੀ ਜੁੜਦੀ ਹੈ। ਪਹਿਲਾਂ ਤਾਂ ਮੈਂ ਚਾਹੂੰਗਾ ਤੁਸੀਂ ਦਰਸ਼ਕਾਂ ਨੂੰ ਉਸ ਟੂਰਨਾਮੈਂਟ ਦੀਆਂ ਉਹ ਤਸਵੀਰਾਂ ਜਿੱਥੇ ਸਿੱਧੂ ਦਿਸ ਰਿਹਾ ਉਹ ਜ਼ਰੂਰ ਦਿਖਾਓ। ਸੋ ਇਹ 2018 ਦੇ ਵਿੱਚ ਲੈ ਕੇ ਚੱਲਦੇ ਆ ਤੁਹਾਨੂੰ ਭਾਗੋ ਮਾਜਰਾ ਦੇ ਵਿੱਚ ਜਿਹੜਾ ਟੂਰਨਾਮੈਂਟ ਹੋਇਆ ਸੀ, ਉਸ ਦੀਆਂ ਪਹਿਲਾਂ ਇਹ ਤਸਵੀਰਾਂ ਦਿਖਾਉਂਦੇ ਆ। ਸਿੱਧੂ ਮੂਸੇਵਾਲਾ ਇਸ ਟੂਰਨਾਮੈਂਟ ਤੇ ਪਹੁੰਚਿਆ ਸੀ ਤੇ ਪਰਫਾਰਮੈਂਸ ਵੀ ਕੀਤੀ ਸੀ। ਹੁਣ ਇਹ ਤਸਵੀਰ ਜਿਹੜੀ ਦਰਸ਼ਕ ਇਸ ਵੇਲੇ ਦੇਖ ਰਹੇ ਆ, ਸਿੱਧੂ 5911 ਟਰੈਕਟਰ ਦੇ ਉੱਤੇ ਇਸ ਵੇਲੇ ਬੈਠਾ ਹੈ, ਬਹੁਤ ਇਕੱਠ ਹੈ, ਭਾਗੋ ਮਾਜਰਾ ਪਿੰਡ ਹੈ ਇਹ। ਔਰ ਕਮੈਂਟਰੀ ਜੇ ਤੁਸੀਂ ਚਾਹੋ ਤਾਂ ਤੁਸੀਂ ਕਮੈਂਟਰੀ ਵੀ ਕੁਝ ਸੈਕਿੰਡ ਦੀ ਦਰਸ਼ਕਾਂ ਨੂੰ ਜ਼ਰੂਰ ਤੁਸੀਂ ਇੱਕ ਵਾਰ ਦਰਸ਼ਕ ਕੇ ਸੁਣ ਲੈਣ। ਛੋਟਾ ਜਿਹਾ ਇੱਕ ਕਲਿੱਪ ਜਿੱਥੇ ਮੂਸੇ ਵਾਲਾ ਜੱਟ 5911 ਵਰਗਾ ਕੱਲਾ ਹੀ ਇੰਡਸਟਰੀ ਨੂੰ ਖਿੱਚੀ ਫਿਰਦਾ। ਇਹ ਸ਼ਬਦ ਜਿਹੜੇ ਆ ਸਿੱਧੂ ਨੇ ਉੱਥੇ ਵਰਤੇ। ਫਿਰ ਮੈਂ ਐਕਸਪਲੇਨ ਕਰਦਾ ਪੂਰੀ ਘਟਨਾ ਦਾ ਜ਼ਿਕਰ ਅੱਜ ਇਸ ਐਪੀਸੋਡ ਦੇ ਵਿੱਚ ਆਪਾਂ ਕਰਦੇ ਹਾਂ। ਆਪਣੇ ਕਲੱਬ ਵੱਲੋਂ ਤਾੜੀ ਮਾਰ ਦਿਓ, ਸਿੱਧੂ ਬਾਈ ਨੂੰ 5911 ਦਿੱਤਾ ਜਾਣਾ। ਇੱਕ ਵਾਰ ਤਾੜੀ ਮਾਰ ਦਿਓ ਬਾਈ, ਜ਼ੋਰਦਾਰ ਜ਼ੋਰਦਾਰ ਤਾੜੀਆਂ ਮਾਰ ਦਿਓ। ਮੂਸੇ ਵਾਲੀ ਦਾ ਅੱਜ ਜਿਹੜਾ 5911 ਟਰੈਕਟਰ ਦੇ ਨਾਲ ਐਨ ਮੁੰਡੇ ਸਾਰੇ ਜੋਸ਼ ਦੇ ਵਿੱਚ ਹੈ ਵੀ ਵੱਡਾ ਕਬੱਡੀ ਕੱਪ ਹੈ, ਦੁਨੀਆ ਦੇ ਵੱਡੇ ਮੱਲ ਪੁੱਜੇ ਹੈ ਔਰ ਦੁਨੀਆ ਦਾ ਵੱਡਾ ਸਟਾਰ ਜਿਹੜਾ ਹੈ ਉਹ ਗਾਇਕ ਸਟਾਰ ਵੀ ਪੁੱਜਿਆ ਹੋਇਆ ਹੈ। ਸੋਨਾਂ ਦਾ ਮਾਨ ਸਨਮਾਨ ਕੀਤਾ ਜਾ ਰਿਹਾ ਹੈ। ਵੱਡੀਆਂ ਸਕਰੀਨਾਂ ਤੇ ਬੈਠੇ ਲਾਈਵ ਆਨੰਦ ਮਾਣਦੇ ਆ। ਆਓ ਤਾੜੀ ਜ਼ੋਰਦਾਰ ਮਾਰ ਦਿਓ, ਤਾੜੀ ਮਾਰ ਦਿਓ ਸਿੱਧੂ ਮੂਸੇਵਾਲੀ ਦਾ। ਸਾਰੇ ਭਾਗੋ ਮਾਜਰੇ ਕਲੱਬ ਦੀ ਟੀਮ ਦਾ ਜਿਨ੍ਹਾਂ ਨੇ ਸਨਮਾਨਿਤ ਕੀਤਾ ਤੇ ਬਹੁਤ ਵੱਡਾ ਆਨਰ ਹੈ ਮੇਰੇ ਲਈ। ਜਿਉਂਦੇ ਵਸਦੇ ਰਹੋ। ਉਹਦਾ ਤੁਹਾਡੀਆਂ ਦੁਆਵਾਂ ਹੀ ਇਨਾਮ ਨੇ ਮੇਰੇ ਲਈ ਤੇ ਬਹੁਤ ਬਹੁਤ ਸ਼ੁਕਰੀਆ ਬਾਈ ਉਹਨਾਂ ਦਾ 5911 ਲਈ ਤੇ ਇੰਨੇ ਪਿਆਰ ਲਈ। ਸੋ 2018 ਦੀ ਇਹ ਭਾਗੋ ਮਾਜਰਾ ਪਿੰਡ ਦੇ ਟੂਰਨਾਮੈਂਟ ਦੀ ਇਹ ਤੁਹਾਨੂੰ ਵੀਡੀਓ ਦਿਖਾਈ ਹੈ, ਦਿਖਾਇਆ ਕਿ ਕਿਸ ਤਰੀਕੇ ਦੇ ਨਾਲ ਸਿੱਧੂ ਮੂਸੇਵਾਲਾ ਗੱਲਾਂ ਵੀ ਕਰਦਾ ਹੈ। ਪਰ ਮੱਕੜ ਸਾਹਿਬ ਇਸ ਵੀਡੀਓ ਤੋਂ ਫਿਰ ਸਿੱਧਾ ਆਖਿਰ ਕੀ ਕਰਨਾ ਚਾਹੁੰਦੇ ਹੋ ਤੁਸੀਂ, ਵੀ ਕੀ ਜਾਣਕਾਰੀ? ਰਾਓ ਵਰਿੰਦਰ ਜੀ, ਇਹ ਉਹ ਟੂਰਨਾਮੈਂਟ ਸੀ ਜਿੱਥੇ ਲਾਰੈਂਸ ਬਿਸ਼ਨੋਈ ਨੇ ਸਿੱਧੇ ਤੌਰ ਤੇ ਸਿੱਧੂ ਮੂਸੇਵਾਲਾ ਨੂੰ ਫੋਨ ਕਰਕੇ ਇਹ ਗੱਲ ਕਿਹਾ ਸੀ ਕਿ ਤੂੰ ਇਸ ਟੂਰਨਾਮੈਂਟ 'ਚ ਨਹੀਂ ਜਾਣਾ। ਇੱਥੋਂ ਤੱਕ ਕਿ ਜੱਗੂ ਭਗਵਾਨਪੁਰੀਆ ਤੋਂ ਲੈ ਕੇ ਬਾਕੀ ਜਿਹੜੇ ਹੋਰ ਕੁਛ ਇੱਕ ਵੱਡੇ ਨਾਂ ਇਸ ਦੁਨੀਆ ਦੇ ਸੀਗੇ, ਉਹਨਾਂ ਨੇ ਇਹ ਫੋਨ ਕਰਕੇ ਕਿਹਾ ਸੀ ਕਿ ਟੂਰਨਾਮੈਂਟ ਨਹੀਂ ਹੋਣ ਦੇਣਾ। ਇਸ ਟੂਰਨਾਮੈਂਟ 'ਚ ਪਲੇਅਰਾਂ ਨੂੰ ਜਾਣ ਤੋਂ ਰੋਕਿਆ ਜਾਂਦਾ, ਇਸ ਟੂਰਨਾਮੈਂਟ 'ਚ ਸਿੱਧੂ ਮੂਸੇਵਾਲੇ ਨੂੰ ਜਾਣ ਤੋਂ ਰੋਕ ਲਿਆ ਜਾਂਦਾ। ਜਿਹੜੇ ਆਰਗੇਨਾਈਜ਼ਰ ਸੀਗੇ, ਕਿਹਾ ਜਾਂਦਾ ਸੀ ਕਿ ਉਹ ਲੱਕੀ ਪਟਿਆਲ ਦੇ ਬਹੁਤ ਕਰੀਬੀ ਸਾਥੀ ਨੇ। ਜਦੋਂ ਅਸੀਂ ਇਸ ਡੂੰਘਾਈ ਦੇ ਵਿੱਚ ਜਾਣ ਦੀ ਕੋਸ਼ਿਸ਼ ਕੀਤੀ ਕਿ ਉਹ ਵਿਅਕਤੀ ਕਿਹੜੇ ਕਰੀਬੀ ਸਾਥੀ ਸੀ, ਤਾਂ ਗੱਲ ਪੂਰੀ ਸਮਝਣ ਵਾਸਤੇ ਲਗਭਗ 12-13 ਸਾਲ ਪਿੱਛੇ ਜਿਵੇਂ ਕੋਈ ਫਿਲਮ ਘੁੰਮਦੀ ਹੈ, ਪੂਰੀ ਕਹਾਣੀ ਉਸ ਤਰੀਕੇ ਦੇ ਨਾਲ ਘੁੰਮਦੀ ਹੈ। ਭਾਗੋ ਮਾਜਰਾ ਪਿੰਡ ਔਰ ਇਹਦੇ ਨੇੜੇ ਤੇੜੇ ਚੰਡੀਗੜ੍ਹ ਦੇ ਜਿਹੜੇ ਪਿੰਡ ਸੀਗੇ 2007, 8, 9, 10 ਇਹ ਕਬੱਡੀ 'ਚ ਬੜੇ ਚੰਗੇ ਕਬੱਡੀ ਖੇਡੀ ਜਾਂਦੀ ਸੀ। ਕਬੱਡੀ 'ਚ ਇਹਨਾਂ ਪਿੰਡਾਂ ਦਾ ਬੜਾ ਨਾਮ ਸੀਗਾ। ਜਿੱਥੇ ਹੁਣ ਨਿਊ ਚੰਡੀਗੜ੍ਹ ਵਸਿਆ ਹੈ, ਖੁੱਡਾ ਲਾਹੌਰਾ, ਖੁੱਡਾ ਅਲੀਸ਼ੇਰ, ਫਿਰੋਜ਼ਪੁਰ, ਇਹ ਪਿੰਡ ਉਧਰ ਪੈਂਦੇ ਆ। ਲੱਕੀ ਪਟਿਆਲ ਖੁੱਡਾ ਲਾਹੌਰਾ ਦਾ ਸੀ। ਪਟਿਆਲ ਉਹਦਾ ਗੋਤ ਹੈ ਜੀ। ਆਮ ਪਟਿਆਲ ਗੋਤ ਬੜਾ ਫੇਮਸ ਗੋਤ ਹੈ, ਪਟਿਆਲ ਉਹਦਾ ਗੋਤ ਹੈ। ਬਹੁਤ ਸਾਰੇ ਲੋਕ ਸਮਝਦੇ ਸ਼ਾਇਦ ਉਹ ਪਟਿਆਲੇ ਦਾ ਤਾਂ ਪਟਿਆਲ ਲਾ ਦਿੰਦੇ ਆ। ਆਮ ਨੌਜਵਾਨ, ਆਮ ਘਰਾਂ ਦਾ ਮੁੰਡਾ, ਆਮ ਔਰ ਉਹ ਪਿੰਡਾਂ ਦੇ ਮੁੰਡੇ ਜ਼ਿਆਦਾਤਰ ਉਹ ਸੀ ਜਿਹੜੇ ਬਹੁਤ ਗਰੀਬ ਤਬਕੇ ਦੇ ਨਾਲ ਸੰਬੰਧ ਰੱਖਣ ਵਾਲੇ, ਜਿਨ੍ਹਾਂ ਦੇ ਪਿਓ ਮਾਂ ਪਿਓ ਮਜ਼ਦੂਰੀਆਂ ਕਰਦੇ, ਚੰਡੀਗੜ੍ਹ ਲੇਬਰ ਚੌਂਕ 'ਚ ਆ ਕੇ ਖੜਦੇ ਔਰ ਉਹ ਆਪਦੀ ਰੋਟੀ ਗੁਜ਼ਾਰਾ ਉੱਥੋਂ ਕਰਦੇ। ਔਰ ਉਹ ਮੁੰਡੇ ਮਿਹਨਤੀ ਜਿਹੜੇ ਦਿਨ ਰਾਤ ਮਿਹਨਤ ਕਰਕੇ ਗੇਮ ਨੂੰ, ਖੇਡ ਨੂੰ ਪਰਸਿਊ ਕਰ ਰਹੇ ਸੀ, ਕਿਉਂਕਿ ਕਬੱਡੀ ਉਹਨਾਂ ਦਿਨਾਂ 'ਚ ਹੌਲੀ ਹੌਲੀ ਪੰਜਾਬ 'ਚ ਨਾਮ ਖੱਟਣ ਲੱਗ ਗਈ ਸੀ ਔਰ ਕਬੱਡੀ 'ਚ ਪੈਸਾ ਵੀ ਆਉਣ ਲੱਗ ਗਿਆ ਸੀ। ਔਰ ਨੌਜਵਾਨਾਂ ਨੂੰ ਇਹ ਸੀ। ਲਾਂਡਰਾਂ ਦੇ ਵਿੱਚ ਕਾਲਜ ਬਣਨੇ ਸ਼ੁਰੂ ਹੋਏ। ਤੁਹਾਨੂੰ ਪਤਾ ਲਾਂਡਰਾਂ 'ਚ ਕਾਲਜ ਕਲਚਰ, ਚੰਡੀਗੜ੍ਹ 'ਚ ਮਾਲਵੇ ਤੋਂ ਉਦੋਂ ਬਹੁਤ ਲੋਕ ਆ ਕੇ ਪੜ੍ਹਦੇ ਸੀ ਤੇ ਜਿਹੜੇ ਨੇੜੇ ਤੇੜੇ ਦੇ ਮੁੰਡੇ ਸੀ ਉਹ ਨੇੜੇ ਤੇੜੇ ਲਾਂਡਰਾਂ ਤੇ ਉਹਨਾਂ ਕਾਲਜਾਂ 'ਚ। ਉਸ ਦੌਰ ਦੇ ਵਿੱਚ ਜਿਹੜਾ ਉਹ ਸਾਥੀ ਕਿਹਾ ਜਾਂਦਾ ਹੈ ਕਿ
ਇਹ ਸਾਥੀ ਲੱਕੀ ਪਟਿਆਲ ਦਾ ਸੀ, ਉਹ ਨੌਜਵਾਨ ਭਾਗੋ ਮਾਜਰਾ ਪਿੰਡ ਦਾ, ਉਹ ਵੀ ਉਹਨਾਂ ਦਿਨਾਂ 'ਚ ਇੱਕ ਆਮ ਗਰੀਬ ਪਰਿਵਾਰ ਦਾ ਮੁੰਡਾ ਜਿਹੜਾ ਕਬੱਡੀ ਖੇਡਦਾ ਸੀ ਤੇ ਭਾਗੋ ਮਾਜਰਾ ਪਿੰਡ ਤੋਂ ਕਬੱਡੀ ਹੋਰਾਂ ਪਿੰਡਾਂ ਤੱਕ ਤੇ ਨਾਲ ਉਹ ਆਪਸ 'ਚ ਸੰਬੰਧ ਸ਼ੁਰੂ ਹੁੰਦੇ ਆ ਜੀ। ਉਹਨਾਂ ਦਿਨਾਂ 'ਚ ਚੰਡੀਗੜ੍ਹ ਦੇ ਨੇੜੇ ਤੇੜੇ ਇਲਾਕਿਆਂ ਦੇ ਵਿੱਚ ਸੁਦਾਗਰ ਨਾਂ ਦੇ ਵਿਅਕਤੀ ਦਾ ਬੜਾ ਨਾਮ ਇਸ ਦੁਨੀਆ ਦੇ ਵਿੱਚ ਸੀ, ਪਰ ਉਦੋਂ ਗੈਂਗਸਟਰਵਾਦ ਜਾਂ ਗੈਂਗਸਟਰ ਸ਼ਬਦ ਇਸ ਤਰੀਕੇ ਨਾਲ ਪੁਲਿਸ ਵਰਤਦੀ ਨਹੀਂ ਸੀ। ਜੀ। ਬਦਮਾਸ਼ ਕਹਿ ਦਿੰਦੀ, ਗੁੰਡੇ ਕਹਿ ਦਿੰਦੀ, ਔਰ ਲੜਾਈਆਂ ਦਾ ਹੱਦ ਤੱਕ ਸੀਮਤ ਹੋਣਾ ਇਹ ਸੀ ਵੀ ਕਿਸੇ ਦੀ ਲੱਤ ਬਾਂਹ ਤੋੜ ਦੇਣੀ ਜਾਂ ਕਿਰਪਾਨਾਂ ਨਾਲ ਕਿਸੇ ਨੂੰ ਵੱਢ ਦੇਣਾ, ਬਸ ਇੰਨਾ ਕੁ ਹੁੰਦਾ। ਇਸ ਲੈਵਲ ਗੋਲੀ ਨਹੀਂ ਮਾਰਦੇ ਸੀ ਉਦੋਂ। ਗੋਲੀ ਚੱਲਣੀ ਬਹੁਤ ਗੋਲੀਆਂ ਹਾਲਾਂਕਿ ਯੂਨੀਵਰਸਿਟੀ 'ਚ 90s ਦੇ ਦੌਰ 'ਚ ਵੀ ਚੱਲੀਆਂ ਨੇ, ਪਰ ਇੰਨਾ ਕਾਮਨ ਨਹੀਂ ਸੀ। ਗੋਲੀ ਚੱਲਣੀ ਆਪਣੇ ਆਪ 'ਚ ਇੱਕ ਵੱਡੀ ਗੱਲ ਹੁੰਦੀ ਸੀ। ਉਸ ਵਿਅਕਤੀ ਦੇ ਨਾਲ ਇੱਕ ਹੋਰ ਨੌਜਵਾਨ ਜਿਹੜਾ ਜਮਾਂ ਭਰਾਵਾਂ ਤਰ੍ਹਾਂ, ਸਕੇ ਭਰਾਵਾਂ ਤਰ੍ਹਾਂ ਜੁੜਿਆ, ਜੈਜੀ। ਜੈਜੀ ਤੇ ਉਹ ਜਿਹੜਾ ਲੱਕੀ ਪਟਿਆਲ ਦੇ ਨਾਲ ਸਾਥੀ ਹੈ ਜੀ, ਉਹ ਦੋਨੋਂ, ਲੱਕੀ ਪਟਿਆਲ ਹਾਲੇ ਤੱਕ ਇਸ ਦੁਨੀਆ ਦੇ ਵਿੱਚ ਨਾਮ ਹੀ ਨਹੀਂ ਸੀਗਾ ਕੋਈ। ਆਮ ਨੌਜਵਾਨ ਜਿਵੇਂ ਉਹ CGC ਲਾਂਡਰਾ ਮੇਰੇ ਖਿਆਲ ਕਾਲਜ ਹੈ, ਉੱਥੇ ਉਹ 2010 'ਚ ਸ਼ਾਇਦ ਐਡਮਿਸ਼ਨ ਲੈਂਦਾ ਹੈ। ਇਹਦੇ ਨੇੜੇ ਤੇੜੇ ਜੇ ਜਾ ਕੇ, ਜੇ ਈਅਰ ਮੇਰੇ ਐਗਜ਼ੈਕਟ ਯਾਦ ਨਹੀਂ, ਇਹ ਦੋ ਨੌਜਵਾਨ ਭਾਗੋ ਮਾਜਰਾ 'ਚ ਕਬੱਡੀ ਖੇਡਦੇ ਤੇ ਸੁਦਾਗਰ ਦੀ ਔਰ ਸੁਦਾਗਰ ਦਾ ਇੱਕ ਰਿਸ਼ਤੇਦਾਰ ਸੀ, ਉਹ ਦੋ ਨਾਂ ਇਲਾਕੇ ਦੇ ਵਿੱਚ ਵੱਡੇ ਨਾਂ ਹੋਏ, ਜਿਹਨੂੰ ਕਹਿ ਲਓ ਕਿ ਉਹ ਪੂਰਾ ਉਹਨਾਂ ਦਾ ਉਸ ਵੇਲੇ ਸਿੱਕਾ ਚੱਲਦਾ ਸੀ ਇਸ ਜੁਰਮ ਦੀ ਦੁਨੀਆ ਦਾ। ਪਰ ਫਿਰ ਮੈਂ ਕਿਹਾ ਕਿ ਉਹ ਗੈਂਗਸਟਰ ਵਾਲੇ ਉਸ ਲੈਵਲ ਦੇ ਬੰਦੇ ਨਹੀਂ ਸੀਗੇ। ਭਾਗੋ ਮਾਜਰਾ ਪਿੰਡ ਦੇ ਨੌਜਵਾਨਾਂ ਦੀ ਇੱਕ ਟੂਰਨਾਮੈਂਟ ਦੇ ਵਿੱਚ ਲੜਾਈ ਹੋ ਜਾਂਦੀ ਹੈ। ਉਹ ਲੜਾਈ ਸੁਦਾਗਰ ਦੇ ਪਿੰਡ ਦੇ ਮੁੰਡਿਆਂ ਨਾਲ ਹੋ ਜਾਂਦੀ ਹੈ ਜੀ। ਉੱਥੋਂ ਕਹਾਣੀ ਇਹ ਸ਼ੁਰੂਆਤ ਹੁੰਦੀ ਹੈ ਕਿ ਉਹ ਲੜਾਈ ਵੱਧਦੀ ਇੱਥੋਂ ਤੱਕ ਵੱਧਦੀ ਹੈ ਕਿ ਇੱਕ ਵਾਰ 46 ਕਾਲਜ ਦਾ ਕਿਸੇ ਯੂਨੀਵਰਸਿਟੀ, ਜਿਹੜਾ 46 ਕਾਲਜ ਹੈ ਜਿਹੜੇ ਇਲੈਕਸ਼ਨ ਹੁੰਦੇ ਆ, ਉੱਥੋਂ ਦਾ ਜਦੋਂ ਕੋਈ ਪ੍ਰਧਾਨ ਲੱਗਦਾ ਹੈ ਗਵਰਨਮੈਂਟ ਕਾਲਜ ਦਾ, ਉਹਦੀ ਇੱਕ ਪਾਰਟੀ ਜਿਹੜੀ ਹੈ ਉਹ ਖਰੜ ਦੇ ਵਿੱਚ ਇੱਕ ਹੋਟਲ 'ਚ ਰੱਖੀ ਜਾਂਦੀ ਹੈ ਜਿੱਥੇ ਸੁਦਾਗਰ ਮੌਜੂਦ ਹੁੰਦਾ ਜੀ। ਉਸ ਪਾਰਟੀ ਦੇ ਵਿੱਚ ਦਾਰੂ ਦੂਰੂ ਚੱਲਦੀ ਹੈ, ਸਭ ਕੁਝ ਹੁੰਦਾ ਹੈ, ਤਾਂ ਇਹ ਮੰਨਿਆ ਜਾਂਦਾ ਵੀ ਸੁਦਾਗਰ ਨੇ ਪਾਰਟੀ ਦਾ ਡੀਜੇ ਬੰਦ ਕਰਾ ਕੇ ਕਿਹਾ ਕਿ ਭਾਗੋ ਮਾਜਰੇ ਵਾਲੇ ਇੱਕ ਪਾਸੇ ਆ ਜਾਣ। ਭਾਗੋ ਮਾਜਰੇ ਵਾਲੇ ਨੌਜਵਾਨਾਂ ਨੂੰ ਇੱਕ ਪਾਸੇ ਕਰਕੇ ਤੇ ਉਹਨਾਂ ਨੂੰ ਉੱਥੇ ਪਾਰਟੀ ਦੇ ਵਿੱਚ ਜਲੀਲ ਕੀਤਾ ਜਾਂਦਾ ਹੈ, ਜਿਹਦੇ ਗੁੱਸੇ 'ਚ ਆ ਕੇ ਇੱਕ ਨੌਜਵਾਨ ਕਚੀਚੀ ਲੈ ਕੇ ਸੁਦਾਗਰ ਦੇ ਹੱਥ ਚੱਕ ਦਿੰਦਾ, ਔਰ ਗੱਲ ਜਿਹੜੀ ਹੈ ਉੱਥੋਂ ਵੱਧ ਜਾਂਦੀ ਹੈ ਬਹੁਤ ਜ਼ਿਆਦਾ। ਸੁਦਾਗਰ ਹੋਣੇ ਉਹਨਾਂ ਦੇ ਰਿਸ਼ਤੇਦਾਰ ਜਿਹੜੇ ਸੀ, ਉਹ ਭਾਗੋ ਮਾਜਰਾ ਪਿੰਡ ਪਹੁੰਚਦੇ ਹੈ ਕਿ ਜੋ ਹੱਥ ਆਇਆ ਅੱਜ ਅਸੀਂ ਵੱਢ ਦੇਣਾ। ਉਸ ਸਮਿਆਂ 'ਚ ਤੁਸੀਂ ਤੇ ਮੈਂ ਵੀ ਕਾਲਜ ਉਹਨਾਂ ਦਿਨਾਂ ਦੇ ਪੜ੍ਹੇ ਆ, ਤੁਹਾਡੇ ਯਾਦ ਹੋਣਾ ਹੁਣ ਵਾਲਾ ਸਮਾਂ ਨਹੀਂ ਸੀਗਾ, ਟਾਈਮ ਬਹੁਤ ਪੈਂਦਾ ਸੀ। ਮੁੰਡੇ ਆਮ ਫੋਨ ਕਰਕੇ ਕਹਿੰਦੇ ਸੀ ਟਾਈਮ ਬੰਨ ਲਓ ਆ ਜਾਓ, ਤੇ ਮੁੰਡੇ ਉੱਥੇ ਇਕੱਠੇ ਹੋ ਕੇ ਲੜਦੇ ਸੀ। ਫਿਰ ਇਸ ਲੜਾਈਆਂ ਐ ਹੁੰਦੀਆਂ ਸੀ। ਜੈਜ਼ੀ ਹੋਣਾ ਦੇ ਨਾਲ ਟਾਈਮ ਬੰਨਿਆ ਜਾਂਦਾ ਸੁਦਾਗਰ ਹੋਣਾ ਦਾ, ਔਰ ਉਹ ਟਾਈਮ ਬੰਨ ਕੇ ਜੈਜ਼ੀ ਤੇ ਉਹਦੇ ਨਾਲ ਇੱਕ ਜਿਹੜਾ ਵਿਅਕਤੀ, ਜਿਹੜਾ ਲੱਕੀ ਦਾ ਦੋਸਤ ਜਿਹਨੇ ਟੂਰਨਾਮੈਂਟ ਕਰਾਇਆ, ਇਹ ਸਾਰੇ ਇਕੱਠੇ ਹੋ ਕੇ ਉਹ ਸੁਦਾਗਰ ਦੇ ਨਾਲ ਟਾਈਮ ਬੰਨ ਕੇ ਲੜਾਈ ਲੜਨ ਜਾਂਦੇ ਆ। ਇਹ ਆਮ ਤੌਰ ਤੇ ਜਿਵੇਂ ਹੱਥਾਂ ਦੇ ਵਿੱਚ ਕੋਈ ਡਾਂਗ ਫੜ ਲਈ, ਕਿਸੇ ਨੇ ਸੋਟਾ ਫੜ ਲਿਆ, ਕਿਸੇ ਨੇ ਰੋੜਾ ਫੜ ਲਿਆ, ਇੱਟ ਫੜ ਲਈ, ਅੱਗੋਂ ਸੁਦਾਗਰ ਹੋਣਾ ਕੋਲੇ ਕਿਰਪਾਨਾਂ ਹੁੰਦੀਆਂ, ਜੋ ਇਹ ਨੌਜਵਾਨ ਪਹਿਲੀ ਵਾਰ ਆਪਦੀ ਜ਼ਿੰਦਗੀ 'ਚ ਕਿਸੇ ਇਸ ਲੜਾਈ ਦੇ ਵਿੱਚ, ਤੁਸੀਂ ਦੇਖੋ ਕਿੱਥੋਂ ਚੱਲੇ, ਔਰ ਇਹ ਸਿੱਧੂ ਮੂਸੇਵਾਲੇ ਨਾਲ ਕਿਵੇਂ ਜੁੜੂਗੀ ਕਹਾਣੀ, ਤੁਸੀਂ ਇਹ ਅੱਗੇ ਜਾ ਕੇ ਇਸ ਐਪੀਸੋਡ ਨੂੰ ਪੂਰਾ ਦੇਖਣਾ ਪੈਣਾ ਦਰਸ਼ਕਾਂ ਨੂੰ। ਉਸ ਲੜਾਈ ਦੇ ਵਿੱਚ ਰਾਓ ਜੀ ਜੈਜ਼ੀ ਤੇ ਉਹਦੇ ਭਰਾ ਨੂੰ ਆਲਮੋਸਟ ਮਾਰ ਦਿੱਤਾ ਜਾਂਦਾ ਹੈ। ਸੁਦਾਗਰ ਹੋਣੇ ਇਹ ਸੋਚ ਕੇ ਭੱਜ ਜਾਂਦੇ ਆ ਵੀ ਜੈਜ਼ੀ ਮਰ ਗਿਆ, ਜੈਜ਼ੀ ਖਤਮ ਹੋ ਗਿਆ। ਜੈਜ਼ੀ ਹੋਣੇ ਦਾਖਲ ਕਰਾ ਦਿੱਤੇ ਜਾਂਦੇ ਆ, ਸਮੇਂ ਦੇ ਨਾਲ ਉਹ ਬਚ ਜਾਂਦੇ ਆ, ਪਰ ਸਾਲ ਡੇਢ ਸਾਲ ਉਹਦੇ ਦਿਮਾਗ 'ਚ ਰੜਕਦੀ ਰਹੀ ਕਿ ਮੈਨੂੰ ਜਿਹੜਾ ਉਹ ਮੈਂ ਸੁਦਾਗਰ ਨੂੰ ਮਾਰਨਾ ਹੈ, ਔਰ ਸੁਦਾਗਰ ਉਸ ਵੇਲੇ ਵੱਡਾ ਨਾਮ ਹੋਇਆ ਜੀ। ਚੰਡੀਗੜ੍ਹ 'ਚ ਇੱਕ ਹੋਰ ਵੱਡਾ ਨਾਮ ਹੋਇਆ, ਮੈਂ ਨਾਮ ਇੱਥੇ ਨਹੀਂ ਲਊਂ, ਅੱਜ ਕੱਲ੍ਹ ਉਹ ਨੌਜਵਾਨ ਆਪਦੀ ਜ਼ਿੰਦਗੀ ਦੇ ਵਿੱਚ ਬੜਾ ਸੈਟਲਡ ਹੈ ਹੁਣ, ਔਰ ਮੈਂ ਨਹੀਂ ਚਾਹੁੰਦਾ ਕਿ ਜੇ ਕੋਈ ਜੁਰਮ ਦੀ ਦੁਨੀਆ 'ਚੋਂ ਨਿਕਲ ਕੇ ਸੈਟਲ ਹੋ ਗਿਆ। ਉਹਨਾਂ ਦਿਨਾਂ ਚੰਡੀਗੜ੍ਹ ਦਾ ਇੱਕ ਹੋਰ ਨੌਜਵਾਨ ਬੜਾ ਮਸ਼ਹੂਰ ਹੋਇਆ ਸੀ। ਉਸ ਨੌਜਵਾਨ ਨਾਲ ਅਹਿਮਦਗੜ੍ਹ ਦਾ ਅਮਰਗੜ੍ਹ ਦਾ ਦੁਸ਼ਹਿਰਾ ਕਿਸੇ ਵੇਲੇ
ਮਸ਼ਹੂਰ ਸੀ। ਉੱਥੇ ਡੀਜੇ ਦਾ ਇੱਕ ਪ੍ਰੋਗਰਾਮ ਲੱਗਦਾ ਸੀ ਔਰ ਬੜਾ ਫੇਮਸ ਸੀ। 2011 ਦੇ ਦੁਸ਼ਹਿਰੇ ਤੇ ਇਹ ਨੌਜਵਾਨ ਜੈਜ਼ੀ ਤੇ ਭਾਗੋ ਮਾਜਰਾ ਵਾਲਾ ਉਹ ਮੁੰਡਾ ਤੇ ਉਹ ਨੌਜਵਾਨ ਇਹ ਸਾਰੇ ਦੁਸ਼ਹਿਰਾ ਦੇਖਣ ਜਾਂਦੇ ਆ। ਵਾਪਸੀ ਤੇ ਇਹਨਾਂ ਨੂੰ ਖਬਰ ਮਿਲਦੀ ਹੈ ਕਿ 3B2 ਦੀ ਮਾਰਕੀਟ 'ਚ ਸੌਦਾਗਰ ਖੜਾ ਹੈ ਮੋਹਾਲੀ ਦੇ ਵਿੱਚ। ਇਹ ਤੁਰੰਤ ਆਪਦਾ ਸਾਰੇ ਜਾਣੇ ਆਪਦਾ ਹਥਿਆਰ ਤੇ ਸਭ ਕੁਝ, ਜੋ ਕਿਸੇ ਕੋਲੇ ਕਿਰਪਾਨ ਹੈ, ਕਿਸੇ ਕੋਲੇ ਕੁਛ ਹੈ ਜੀ, ਉਦੋਂ ਤੱਕ ਜੈਜ਼ੀ ਤੇ ਉਹਦੇ ਨਾਲ ਦੇ ਸਾਥੀ, ਜੋ ਬਾਅਦ ਚ ਲੱਕੀ ਪਟਿਆਲ ਗਰੁੱਪ ਦੱਸਿਆ ਜਾਂਦਾ ਹੈ। ਹਾਲਾਂਕਿ ਤੁਸੀਂ ਦੇਖੋ ਕਿ ਜਿਵੇਂ ਜਿਵੇਂ ਮੈਂ ਕਹਾਣੀ ਦੱਸੂਗਾ ਤੁਸੀਂ ਸੋਚੋਗੇ ਕਿ ਸਾਡੇ ਨੌਜਵਾਨਾਂ ਨੂੰ ਵਾਪਸੀ ਦਾ ਰਾਹ ਵੀ ਨਹੀਂ ਦਿੱਤਾ ਗਿਆ। ਇਹ 3B2 ਪਹੁੰਚਦੇ ਆ, ਲੜਾਈ ਹੋ ਜਾਂਦੀ ਹੈ, ਡਾਂਗਾ ਸੋਟੇ ਚੱਲਦੇ ਨੇ। 2 ਨੌਜਵਾਨ ਵਿੱਚੋਂ ਅਣਪਛਾਤੇ, ਜਿਹੜੇ ਇਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਕੌਣ ਨੇ, ਉਹ ਕਿਹਨੇ ਬੁਲਾਏ ਨੇ, ਉਹ ਸੁਦਾਗਰ ਦੇ ਆ ਕੇ ਗੋਲੀਆਂ ਮਾਰ ਦਿੰਦੇ ਸਿੱਧਾ ਹੀ। 4 ਗੋਲੀਆਂ ਸੁਦਾਗਰ ਦੇ ਵੱਜਦੀਆਂ, 2 ਪੱਟ 'ਚ ਤੇ 2 ਗਿੱਟਿਆਂ 'ਚ। ਤੇ ਸੁਦਾਗਰ ਜਿਹੜਾ ਹੈ ਉਹ ਮਰਿਆ ਹੋਇਆ ਸਮਝ ਕੇ ਉਹ ਉੱਥੋਂ ਛੱਡ ਕੇ ਚਲੇ ਜਾਂਦੇ ਆ। ਇਸ ਕੇਸ ਦੇ ਵਿੱਚ ਪਹਿਲੀ ਵਾਰ ਲੱਕੀ ਪਟਿਆਲ ਇਸ ਲੜਾਈ ਦੇ ਵਿੱਚ ਨਾਲ ਜਾਂਦਾ ਹੈ। ਪਹਿਲੀ ਵਾਰ ਲੱਕੀ ਉਦੋਂ ਤੱਕ ਇਹਨਾਂ ਦਾ ਦੋਸਤ ਬਣ ਗਿਆ ਸੀ। ਲੱਕੀ ਕਾਲਜ ਦੇ ਵਿੱਚ ਲਾਂਡਰਾਂ ਦੇ ਵਿੱਚ ਸੀ। ਮਾੜੀ ਮੋਟੀ ਕਬੱਡੀ ਦੁਬਾਰਾ ਸ਼ੁਰੂ ਹੋਈ ਕਿਉਂਕਿ ਜਦੋਂ ਇੰਨਾ ਇਨਸੀਡੈਂਟ ਹੋ ਗਿਆ ਸੀ, ਭਾਗੋ ਮਾਜਰਾ ਵਾਲੀ ਲੜਾਈ ਹੋ ਗਈ ਸੀ, ਸਭ ਕੁਝ ਬੰਦ ਹੋ ਗਿਆ ਸੀ, ਤਾਂ ਉਸ ਇਨਸੀਡੈਂਟ ਤੋਂ ਬਾਅਦ ਇਹ ਤਿੰਨੇ ਜਾਣੇ ਫਰਾਰ ਹੋ ਜਾਂਦੇ ਆ। ਪਹਿਲੀ ਵੱਡੀ ਲੜਾਈ ਜਿਹੜੀ ਇਹ ਹੁੰਦੀ ਹੈ ਜਿਹਦੇ 'ਚ ਇਹਨਾਂ ਤਿੰਨਾਂ ਵੱਲੋਂ ਗੋਲੀ ਚਲਾਈ ਨਹੀਂ ਜਾਂਦੀ, ਜੋ ਦੱਸਿਆ ਗਿਆ, ਜੋ ਮੇਰੇ ਤੱਕ ਇਨਫੋਰਮੇਸ਼ਨ ਆਈ। ਲੇਕਿਨ ਜੈਜ਼ੀ ਇਸ ਕੇਸ ਦੇ ਵਿੱਚ ਆਪਦੇ ਆਪ ਨੂੰ ਸਰੈਂਡਰ ਕਰ ਦਿੰਦਾ। ਉਹ ਕਹਿੰਦਾ ਕਿ ਮੈਂ ਇਹ ਲੜਾਈ ਨਹੀਂ ਲੜਨੀ, ਯਾਨੀ ਕਿ ਮੈਂ ਭੱਜਣਾ ਨਹੀਂ, ਮਾਫ ਕਰਨਾ। ਜਦੋਂ ਉਹ ਸਰੈਂਡਰ ਕਰ ਦਿੰਦਾ ਤਾਂ ਕੋਰਟ ਦੇ ਵਿੱਚ ਪੇਸ਼ੀਆਂ ਹੁੰਦੀਆਂ, ਉਹ ਜੇਲ੍ਹ ਚਲਾ ਜਾਂਦਾ ਹੈ। ਉਸ ਤੋਂ ਬਾਅਦ ਉਹਦੀ ਜ਼ਮਾਨਤ ਹੋ ਜਾਂਦੀ ਹੈ। ਲੱਕੀ ਵੀ ਇਸ ਮਾਮਲੇ ਦੇ ਵਿੱਚ ਅੰਦਰ ਰਹਿ ਕੇ ਆਇਆ, ਉਹ ਮੈਂ ਬਾਅਦ ਦੇ ਵਿੱਚ ਗੱਲ ਦੱਸਦਾ। ਜਦੋਂ ਰਾਓ ਜੀ ਉਹ ਜ਼ਮਾਨਤ ਹੋ ਜਾਂਦੀ ਹੈ ਤਾਂ ਕੋਰਟ 'ਚ ਉਹਦੀ ਤਰੀਕ ਹੁੰਦੀ ਹੈ। ਜ਼ਮਾਨਤ ਤੋਂ ਬਾਅਦ ਜਦੋਂ ਬਾਹਰ ਆ ਜਾਂਦਾ, ਕੋਰਟ ਦੇ ਅੰਦਰ ਜੈਜ਼ੀ ਤਰੀਕ ਭੁਗਤ ਰਿਹਾ ਹੁੰਦਾ ਹੈ ਤੇ ਬਾਹਰ ਪਤਾ ਲੱਗਦਾ ਹੈ ਕਿ ਸੁਦਾਗਰ ਨੇ ਉਹਨਾਂ ਜ਼ਮਾਨਿਆਂ ਜਿਹੜੇ ਸ਼ਬਦ ਵਰਤੇ ਜਾਂਦੇ ਸੀ ਕਿ ਫੀਲਡਿੰਗ ਲਾਤੀ। ਫੀਲਡਿੰਗ ਬੜਾ ਅਹਿਮ ਸੀ, ਮਸ਼ਹੂਰ ਸੀ। ਕਈ ਨੌਜਵਾਨ ਕਿਰਪਾਨਾਂ ਲੈ ਕੇ ਸੁਦਾਗਰ ਦੇ ਨਾਲ ਜਿਹੜੇ ਆ ਉਹ ਜੈਜ਼ੀ ਹੋਰਾਂ ਨੂੰ ਮਾਰਨ ਵਾਸਤੇ ਉੱਥੇ ਖੜੇ ਹੁੰਦੇ ਆ। ਔਰ ਇਸ ਗੱਲ ਦੀ ਭਣਕ ਜੈਜ਼ੀ ਨੂੰ ਲੱਗਦੀ ਹੈ। ਉਹ ਲੱਕੀ ਹੋਣਾ ਨੂੰ ਬੁਲਾਉਂਦਾ ਜੀ ਕਿ ਤੁਸੀਂ ਆ ਜਾਓ, ਕਿ ਆਹ ਗੱਲ ਹੋ ਗਈ, ਫੀਲਡਿੰਗ ਲੱਗ ਗਈ। ਜਦੋਂ ਨੂੰ ਉਹ ਅਦਾਲਤ ਤੋਂ ਬਾਹਰ ਆਉਂਦੇ ਆ, ਕਚਹਿਰੀ ਤੋਂ, ਇਹ ਮੋਹਾਲੀ ਅਦਾਲਤ ਪੁਰਾਣੀਆਂ ਕਚਹਿਰੀਆਂ ਜਿਹੜੀਆਂ ਉਦੋਂ ਜਿਹੜੀਆਂ ਮੋਹਾਲੀ ਦੀਆਂ ਹੁੰਦੀਆਂ ਸੀਗੀਆਂ, ਉਹ ਬਾਹਰ ਆਉਣ ਲੱਗਦੇ ਆ ਤਾਂ ਸੁਦਾਗਰ, ਕਿਉਂਕਿ ਮੈਂ ਤੁਹਾਨੂੰ ਦੱਸਿਆ ਉਹਦੇ ਪੱਟਾਂ 'ਚ ਤੇ ਗਿੱਟਿਆਂ 'ਚ ਗੋਲੀਆਂ ਵੱਜੀਆਂ ਸੀ, ਉਹ ਫੌੜੀ ਲੈ ਕੇ ਤੁਰਦਾ ਸੀ। ਉਦੋਂ ਉਹ ਬਾਹਰ ਇੱਕ ਕਾਰ ਦੇ ਵਿੱਚ ਬੈਠਾ ਸੀ। ਕਾਰ ਆਪ ਡਰਾਈਵ ਕਰ ਰਿਹਾ ਸੀ, ਲੇਕਿਨ ਉਹ ਡਰਾਈਵ ਕਰ ਲੈਂਦਾ ਸੀ, ਤੁਰ ਨਹੀਂ ਸੀ ਸਕਦਾ। ਮੁੰਡੇ ਉਹਨੇ ਭੇਜੇ ਅਟੈਕ ਕਰਨ ਵਾਸਤੇ। ਜਦੋਂ ਅਟੈਕ ਕਰਨ ਵਾਸਤੇ ਭੇਜੇ ਤਾਂ ਇਹ ਪੁੱਠੇ ਕਚਹਿਰੀ ਵੱਲ ਨੂੰ ਭੱਜੇ ਜੈਜ਼ੀ ਹੋਣੇ। ਜਦੋਂ ਇਹ ਪੁੱਠੇ ਕਚਹਿਰੀ ਵੱਲ ਨੂੰ ਭੱਜੇ ਤੇ ਪੁਲਿਸ ਵੀ ਆ ਗਈ, ਰੌਲਾ ਪੈ ਗਿਆ ਤੇ ਮੁੰਡੇ ਖਿੰਡ ਗਏ। ਇੰਨੇ ਨੂੰ ਕੀ ਹੋਇਆ ਕਿ ਪੁਲਿਸ ਦੇ ਆਉਣ ਨਾਲ ਜਿਹੜੇ ਨੌਜਵਾਨ ਮਾਰਨ ਆਏ ਸੀ ਕਿਰਪਾਨਾਂ ਨਾਲ, ਉਹ ਭੱਜ ਗਏ ਤੇ ਘਬਰਾਹਟ ਦੇ ਵਿੱਚ ਆ ਕੇ ਸੁਦਾਗਰ ਨੇ ਆਪਦੀ ਗੱਡੀ ਉੱਥੋਂ ਬੈਕ ਕਰਨ ਦੀ ਕੋਸ਼ਿਸ਼ ਕੀਤੀ ਤੇ ਗੱਡੀ ਉੱਚੇ ਥਾਂ ਤੇ ਫ੍ਰੀ ਹੋ ਗਈ, ਅਗਲੇ ਦੋਵੇਂ ਟਾਇਰ ਫਸ ਗਈ ਤੇ ਲੱਕੀ ਤੇ ਜੈਜ਼ੀ ਦੇ ਹੱਥ ਸੁਦਾਗਰ ਆ ਗਿਆ। ਦੇਖੋ ਤੁਸੀਂ ਹੁਣ ਇਹ ਕਰਨੀ ਕਿਵੇਂ, ਤੁਹਾਨੂੰ ਜੁਰਮ ਦੀ ਦੁਨੀਆ 'ਚ ਕਿਸਮਤ ਵੀ ਕਿਵੇਂ ਖਿੱਚ ਕੇ ਲੈ ਕੇ ਜਾਂਦੀ ਹੈ। ਇੱਕ ਨੌਜਵਾਨ ਜੋ ਉੱਥੋਂ ਬਾਹਰ ਆ ਰਹੇ ਸੀ, ਜੋ ਇਹ ਵੀ ਕਿਹਾ, ਮੈਨੂੰ ਇਹ ਪਤਾ ਲੱਗਿਆ ਕਿ ਉਹਨਾਂ ਨੇ ਇਹ ਵੀ ਸੁਨੇਹਾ ਲਾਇਆ ਕਿ ਪਹਿਲਾਂ ਤੂੰ ਜੈਜ਼ੀ ਹੋਣਾ ਨੂੰ ਵੱਢਿਆ ਤੇ ਫਿਰ ਜੈਜ਼ੀ ਹੋਣਾ ਨੇ ਤੈਨੂੰ ਵੱਢਤਾ, ਹੁਣ ਇਹ ਕਹਾਣੀ ਇੱਥੇ ਖਤਮ ਕਰ ਦੇਣੀ ਚਾਹੀਦੀ ਹੈ। ਪਰ ਉਹ ਨਹੀਂ ਹੋਈ ਔਰ ਉੱਥੇ ਕਾਰ ਦੇ ਵਿੱਚੋਂ ਕੱਢ ਕੇ ਇਹਨਾਂ ਨੇ ਲੱਕੀ, ਜੈਜ਼ੀ ਹੋਣਾ ਨੇ ਸੁਦਾਗਰ ਉੱਥੇ ਸ਼ਰੇਆਮ ਮਾਰ ਦਿੱਤਾ ਕਚਹਿਰੀਆਂ ਦੇ ਬਾਹਰ। ਇਹ ਪਤਾ ਲੱਗਿਆ ਕਿ ਉਹਦੇ ਗਲ ਦੇ ਉੱਤੇ ਕਿਰਪਾਨ ਵੱਜੀ ਔਰ ਉਹਦੀ ਗਰਦਨ ਜਿਹੜੀ ਹੈ ਉਹ ਅੱਧੀ ਨਾਲੋਂ ਅਲੱਗ ਹੋਈ ਔਰ ਉਹ ਸੁਦਾਗਰ ਦੀ ਉਹ ਮੌਤ, ਉਸ ਇਨਸੀਡੈਂਟ ਨੇ ਪੰਜਾਬ ਦਾ ਕ੍ਰਾਈਮ ਦੀ ਦੁਨੀਆ ਦਾ ਹਿਸਟਰੀ ਜਿਹੜੀ ਉਹ ਚੇਂਜ ਕਰਕੇ ਰੱਖਤੀ। ਉਹ ਨੌਜਵਾਨ ਜਿਹੜੇ ਕਬੱਡੀ ਖੇਡਦੇ ਸੀ, ਉਹ ਮੁੰਡੇ ਜਿਹੜੇ ਆਮ ਘਰਾਂ ਦੇ ਸੀ, ਉਹ ਮੁੰਡੇ ਜਿਹੜੇ ਕਬੱਡੀ 'ਚ ਆਪਦਾ ਨਾਂ ਕਮਾਉਣਾ ਚਾਹੁੰਦੇ ਸੀ, ਉਹ ਨੌਜਵਾਨ ਜਿਹੜੇ ਸਧਾਰਨ ਸੀਗੇ, ਉਹ ਲੱਕੀ ਪਟਿਆਲ ਗੈਂਗਸਟਰ, ਜੈਜ਼ੀ,
ਉਹ ਨਾਮ ਬਣ ਗਏ ਜੋ ਆਮ ਗੁੱਡ ਹਾਰਟਡ ਮੁੰਡੇ ਮਾੜੀਆਂ ਮੁੱਟੀਆਂ ਕਾਲਜ ਦੀਆਂ ਲੜਾਈਆਂ ਚੋਂ ਨਿਕਲੇ ਔਰ ਉੱਥੋਂ ਸ਼ੁਰੂਆਤ ਹੁੰਦੀ ਹੁੰਦੀ ਫਿਰ ਕਿੰਨੇ ਕੇਸਾਂ ਦੇ ਵਿੱਚ ਜੈਜ਼ੀ ਜੇਲ੍ਹ ਦੇ ਵਿੱਚ ਚਲਾ ਗਿਆ। ਪਤਾ ਇਹ ਲੱਗਿਆ ਕਿ ਬਾਅਦ ਦੇ ਵਿੱਚ ਜੈਜ਼ੀ ਦਾ ਲੱਕੀ ਤੇ ਉਹਦੇ ਸਾਥੀ ਦੇ ਨਾਲ ਸੰਬੰਧ ਜਿਹੜਾ ਉਹ ਟੁੱਟ ਗਿਆ। ਉਹਨਾਂ ਦੀ ਦੋਸਤੀ ਜਿਹੜੀ ਹੈ ਉਹ ਜਿਹੜੀ ਸਕੇ ਭਰਾਵਾਂ ਤਰ੍ਹਾਂ ਰਹਿਣਾ, ਇਕੱਠੇ ਰਹਿਣਾ, ਜੈਜ਼ੀ ਜੇਲ੍ਹ ਗਿਆ ਤਾਂ ਉਹਦੀ ਉਹ ਟੁੱਟ ਗਈ। ਸ਼ਾਇਦ ਅੱਜ ਉਹ ਜੇਲ੍ਹ 'ਚ ਬੈਠ ਕੇ ਐਪੀਸੋਡ ਦੇਖ ਵੀ ਰਿਹਾ ਹੋਵੇ। ਅੱਛਾ, ਜੈਜੀ ਅੱਜ ਵੀ ਜੇਲ੍ਹ 'ਚ ਹੈ? ਜੇਲ੍ਹ ਦੇ ਵਿੱਚ ਹੈ। ਉਸ ਕੇਸ ਦੇ ਵਿੱਚ ਸ਼ਾਇਦ ਉਹਨੂੰ ਉਮਰ ਕੈਦ ਦੀ ਉਸ ਕੇਸ ਦੇ ਵਿੱਚ ਉਮਰ ਕੈਦ ਹੋਈ, ਉਹ ਜੇਲ੍ਹ ਦੇ ਵਿੱਚ ਹੈ। ਜਦੋਂ ਜੇਲ੍ਹ ਦੇ ਵਿੱਚ ਹੁੰਦਾ ਤਾਂ ਇਹ ਪਤਾ ਲੱਗਿਆ ਕਿ ਬੜੇ ਹੋਰ, ਕਿਉਂਕਿ ਜੇਲ੍ਹ 'ਚ ਜਦੋਂ ਤੁਸੀਂ ਹੋ ਤਾਂ ਸੰਬੰਧ ਜੇਲ੍ਹਾਂ ਦੇ ਵਿੱਚ ਬਣਦੇ ਆ। ਬਿਲਕੁਲ, ਜਿਹੜੇ ਸੰਬੰਧ ਨੇ, ਜੇ ਲੱਕੀ ਦਾ ਸੁਖਪ੍ਰੀਤ ਬੁੱਢੇ ਦੇ ਨਾਲ ਸੰਬੰਧ ਬਣਦਾ ਹੈ ਜਾਂ ਹੋਰਾਂ ਨਾਲ ਸੰਬੰਧ ਹੈ ਜਾਂ ਅੰਦਰ ਇਹਨਾਂ ਦੇ ਆਪਸ 'ਚ ਜਿਹੜੇ ਗੈਂਗਸਟਰ ਗਰੁੱਪ ਨੇ ਉਹ ਸੰਬੰਧ ਬਣਦੇ ਤਾਂ ਉਹ ਜੇਲ੍ਹਾਂ 'ਚ ਜ਼ਿਆਦਾ ਸੰਬੰਧ ਬਣਦੇ ਨੇ। ਦੋਸਤੀਆਂ ਜੇਲ੍ਹਾਂ ਦੇ ਵਿੱਚ ਹੁੰਦੀਆਂ। ਬਿਲਕੁਲ ਬਿਲਕੁਲ। ਉੱਥੋਂ ਸ਼ੁਰੂਆਤ ਹੋਈ ਹੈ ਕਿ ਇਹ ਆਪਸ ਦੇ ਵਿੱਚ ਅੱਡ ਹੁੰਦੇ ਆ। ਅੱਡ ਹੋਣ ਤੋਂ ਬਾਅਦ, ਦੋਸਤੀ 'ਚ ਫਿੱਕ ਪੈਣ ਤੋਂ ਬਾਅਦ ਉਹ ਨੌਜਵਾਨ ਕਿਤੇ ਬਾਹਰ ਚਲਾ ਜਾਂਦਾ ਹੈ। ਜਿਹੜਾ ਤੀਜਾ ਨੌਜਵਾਨ, ਜਿਹੜਾ ਭਾਗੋ ਮਾਜਰਾ ਵਾਲਾ, ਉਹ ਕਿਤੇ ਦੁਨੀਆ ਦੇ ਕਿਸੇ ਕੋਨੇ ਤੇ ਬਾਹਰ ਬੈਠਾ ਹੈ। ਉਹ ਕਿਤੇ ਬਾਹਰ ਚਲਾ ਜਾਂਦਾ ਹੈ। ਜਦੋਂ ਉਹ ਨੌਜਵਾਨ ਬਾਹਰ ਚਲਾ ਜਾਂਦਾ ਤਾਂ ਉਹ ਫਿਰ ਆਏ ਸਾਲ ਆਪਦੇ ਪਿੰਡ 'ਚ ਇੱਕ ਟੂਰਨਾਮੈਂਟ ਆਰਗੇਨਾਈਜ਼ ਕਰਾਉਂਦਾ ਹੈ। ਉਹ ਟੂਰਨਾਮੈਂਟ ਆਰਗੇਨਾਈਜ਼ ਕਰਾਉਂਦਾ ਤਾਂ ਉਹ ਟੂਰਨਾਮੈਂਟ ਦੇ ਵਿੱਚ ਆਏ ਸਾਲ ਕੋਈ ਨਾ ਕੋਈ ਉੱਥੇ ਸ਼ਿਰਕਤ ਕਰਨ ਆਉਂਦਾ ਸੀ। ਹੁਣ ਕਿਉਂਕਿ ਇਹਨਾਂ ਦੀ ਰਿਫਟ ਪੈ ਚੁੱਕੀ ਸੀ ਜੀ, ਕਿਉਂਕਿ ਇਹਨਾਂ ਦੇ ਵਿੱਚ ਇੱਕ ਤਰੇੜ ਪੈ ਗਈ ਔਰ ਇੱਥੋਂ ਤੱਕ ਇਹ ਕਿਹਾ ਜਾਂਦਾ ਸੀਗਾ ਕਿ ਜੈਜ਼ੀ ਦੀ ਲਾਰੈਂਸ ਹੋਣਾ ਨਾਲ ਦੋਸਤੀ ਹੋ ਗਈ ਸੀ। ਠੀਕ ਹੈ, ਜੈਜ਼ੀ ਦੀ ਲਾਰੈਂਸ ਹੋਣਾ ਨਾਲ ਦੋਸਤੀ ਅੰਦਰ ਜਾ ਕੇ ਹੁੰਦੀ ਹੈ। ਤਾਂ ਇਹ ਗਰੁੱਪ ਵੰਡਿਆ ਗਿਆ। ਜਦੋਂ ਇਹ ਗਰੁੱਪ ਵੰਡਿਆ ਗਿਆ ਤਾਂ ਗਰੁੱਪ ਵੰਡਣ ਤੋਂ ਬਾਅਦ ਜਦੋਂ ਸਿੱਧੂ ਮੂਸੇਵਾਲੇ ਨੂੰ 2018 ਦੇ ਟੂਰਨਾਮੈਂਟ 'ਚ ਉਹ ਬੰਦਾ, ਜਿਹੜਾ ਤੀਜਾ ਵਿਅਕਤੀ ਜਿਹੜਾ ਮੈਂ ਤੁਹਾਨੂੰ ਦੱਸਿਆ, ਉਹ ਟੂਰਨਾਮੈਂਟ ਕਰਾਉਂਦਾ ਤੇ ਉਹ ਬੰਦੇ ਸਿੱਧੂ ਮੂਸੇਵਾਲੇ ਨੂੰ ਉੱਥੇ ਬੁਲਾਉਂਦੇ ਨੇ ਸਨਮਾਨਿਤ ਕਰਨ ਵਾਸਤੇ ਜੀ। ਲਾਰੈਂਸ ਹੋਣਾ ਨੂੰ ਇਹ ਗੱਲ ਪਤਾ ਲੱਗਦੀ ਹੈ। ਲਾਰੈਂਸ ਇਸ ਗੱਲ ਦਾ ਵਿਰੋਧ ਕਰਦਾ ਤੇ ਉਹ ਡਾਇਰੈਕਟਲੀ ਸਿੱਧੂ ਮੂਸੇਵਾਲੇ ਨੂੰ ਇਸ ਟੂਰਨਾਮੈਂਟ 'ਚ ਜਾਣ ਤੋਂ ਰੋਕਦਾ ਕਿ ਤੂੰ ਇਸ ਟੂਰਨਾਮੈਂਟ 'ਚ ਨਹੀਂ ਜਾਣਾ। ਇੱਥੋਂ ਤੱਕ ਵੀ ਪਤਾ ਲੱਗਿਆ ਕਿ ਉਦੋਂ ਜੱਗੂ ਨੇ ਵੀ ਵਿੱਚ ਪਿਆ ਤੇ ਜੱਗੂ ਨੇ ਵੀ ਕਿਹਾ ਕਿ ਇਹ ਕਬੱਡੀ ਦੀ ਦੁਨੀਆ 'ਚ ਤਕਰੀਬਨ ਜਿੰਨੇ ਲੋਕ ਕਬੱਡੀ ਨਾਲ ਜੁੜੇ ਉਹ ਜਾਣਦੇ ਆ ਕਿ ਇਹ ਸਭ ਕੁਝ ਕਬੱਡੀ 'ਚ ਆਮ ਹੈ। ਕਈ ਵਾਰੀ ਵੱਡੇ ਵੱਡੇ ਟੂਰਨਾਮੈਂਟਾਂ 'ਚ ਫੋਨ ਆ ਜਾਂਦੇ ਆ, ਖੜੇ ਪੈਰ ਪਲੇਅਰ ਟੂਰਨਾਮੈਂਟ ਛੱਡ ਜਾਂਦੇ ਆ। ਬਿਲਕੁਲ, ਖੜੇ ਪੈਰ ਪਲੇਅਰ ਟੂਰਨਾਮੈਂਟ 'ਚ ਖੇਡਣ ਤੋਂ ਇਨਕਾਰ ਕਰ ਜਾਂਦੇ ਆ। ਉਸ ਟੂਰਨਾਮੈਂਟ ਦੇ ਵਿੱਚ ਰਸ਼ ਤਾਂ ਬਹੁਤ ਹੈ, ਤਸਵੀਰਾਂ ਦਰਸ਼ਕਾਂ ਨੇ ਦੇਖੀਆਂ। ਆਰਗੇਨਾਈਜ਼ਰਾਂ ਨੂੰ ਇਹ ਕਿਹਾ ਗਿਆ ਕਿ ਸਿੱਧੂ ਮੂਸੇਵਾਲੇ ਨੇ ਬੰਬੇ ਸ਼ੋਅ ਲਾਣਾ ਸੀ, 14-15 ਲੱਖ ਰੁਪਈਆ ਲੈਣਾ ਸੀ, ਪਰ ਉਹ ਸ਼ੋਅ ਲਾਉਣ ਦੀ ਬਜਾਏ ਇੱਥੇ ਆਇਆ ਕਿ ਨਹੀਂ, ਜਿਸ ਵਿਅਕਤੀ ਨੇ ਬੁਲਾਇਆ ਸਿੱਧੂ ਦਾ ਡਾਇਰੈਕਟ ਤੌਰ ਤੇ ਲੱਕੀ ਦੇ ਜਿਹੜਾ ਸਾਥੀ ਦੋਸਤ ਸੀਗਾ ਨਾਲ, ਜਿਹਨੇ ਟੂਰਨਾਮੈਂਟ ਕਰਾਇਆ, ਉਹਦੇ ਨਾਲ ਸਿੱਧੂ ਦਾ ਕੋਈ ਸੰਬੰਧ ਹੀ ਨਹੀਂ ਸੀ। ਡਾਇਰੈਕਟ ਤੌਰ ਤੇ ਉਹਨਾਂ ਦਾ ਆਪਸ 'ਚ ਕੋਈ ਲੈਣ ਦੇਣ ਹੀ ਨਹੀਂ ਸੀ। ਹੁਣ ਇਹ ਵੀ ਇੰਟਰਸਟਿੰਗ ਗੱਲ ਹੈ, ਤੁਸੀਂ ਦੇਖੋ ਫਿਰ ਸਿੱਧੂ ਗਿਆ ਕਿਉਂ ਉੱਥੇ। ਸਿੱਧੂ ਦਾ ਇੱਕ ਸਾਥੀ ਸੀ, ਇੱਕ ਦੋਸਤ ਸੀ, ਜਿਹਦੇ ਕਹਿਣ ਤੇ ਉੱਥੇ ਉਹ ਗਿਆ। ਉਹ ਦੋਸਤ ਦੀ ਇੱਕ ਅਜੀਬ ਕਹਾਣੀ ਇਹ ਹੈ ਕਿ ਉਹ ਆਮ ਘਰ ਦਾ ਨੌਜਵਾਨ, ਬਿਲਕੁਲ ਸਧਾਰਨ ਪਰਿਵਾਰ ਦਾ ਮੁੰਡਾ, ਵਿਆਹਿਆ ਹੋਇਆ, ਉਹਦੀ ਇੱਕ ਧੀ ਹੈ ਔਰ ਉਹ ਚੰਗੀ ਭਲੀ ਨੌਕਰੀ ਕਰਦਾ ਸੀ। ਪਰ ਕਾਲਜ ਟਾਈਮ ਤੇ ਜਿਵੇਂ ਦੋਸਤੀਆਂ ਹੁੰਦੀਆਂ, ਜਿਵੇਂ ਮੈਂ ਤੁਹਾਨੂੰ ਦੱਸਿਆ, ਜੇ ਅਸੀਂ ਖੰਗਾਲਣ ਲੱਗ ਜਾਈਏ ਨਾ ਤਾਂ ਅਸੀਂ ਜਿੰਨੇ 2005-6 ਤੋਂ ਲੈ ਕੇ ਉਸ ਸਮਕਾਲ 'ਚ ਪੜ੍ਹੇ ਹੋਏ ਆ ਯੂਨੀਵਰਸਿਟੀਆਂ 'ਚ, ਤੇ ਸ਼ਾਇਦ ਕਦੇ ਨਾ ਕਦੇ ਅਸੀਂ ਵੀ ਇਹਨਾਂ 'ਚੋਂ ਕਿਸੇ ਇੱਕ ਨਾਲ ਕਦੇ ਬੈਠੇ ਹੋਵਾਂਗੇ ਜਾਂ ਕਦੇ ਕੋਈ ਦੋਸਤੀ ਯਾਦ ਹੀ ਨਹੀਂ। ਇਹ ਤਾਂ 15 ਸਾਲ ਬਾਅਦ ਅੱਛਾ ਇਹ ਫਲਾਨਾ ਇਹ ਗੈਂਗਸਟਰ ਬਣ ਗਿਆ, ਇਹ ਤਾਂ ਉੱਥੇ ਕਾਲਜ ਫਿਰਦਾ ਹੁੰਦਾ ਸੀ, ਕਹਿੰਦੇ ਹਾਂ ਇਹ ਕਾਲਜ। ਇਸ ਤਰ੍ਹਾਂ ਦੀਆਂ ਕਹਾਣੀਆਂ ਵੀ ਆਈਆਂ। ਪਰ ਉਹ ਵਿਅਕਤੀ ਜਿਹਦੀ ਕਸੂਰ ਹੁਣ ਸਾਡਾ ਮੀਡੀਆ ਦਾ ਕਿੱਥੇ, ਵੀ ਦੱਸੂਗਾ ਤੁਹਾਨੂੰ ਮੈਂ। ਤਕਰੀਬਨ ਸਾਰੇ ਚੈਨਲਾਂ ਨੇ ਉਸ ਨੌਜਵਾਨ ਦੀ ਖਬਰ ਚਲਾਈ ਕਿ ਬੰਬੀਹਾ ਗਰੁੱਪ ਦਾ ਇੱਕ ਵੱਡਾ ਗੈਂਗਸਟਰ ਗ੍ਰਿਫਤਾਰ। ਬੰਬੀਹਾ ਗਰੁੱਪ ਦਾ ਇੱਕ ਵੱਡਾ ਗੈਂਗਸਟਰ ਗ੍ਰਿਫਤਾਰ ਔਰ ਉਹਦਾ ਨਾਮ ਚਲਾਇਆ। ਉਹਦੇ ਤੇ ਇੱਕ ਵੀ ਪਰਚਾ ਨਹੀਂ ਹੈ ਨੌਜਵਾਨ ਤੇ। ਹਾਂ, ਉਹਦੇ ਕੋਲੋਂ ਇੱਕ ਅਸਲਾ ਮਿਲਿਆ, ਲਾਇਸੈਂਸੀ ਸੀ, ਲੇਕਿਨ ਸੀ ਕਿਸੇ ਦਾ ਜੀ। ਹੁਣ ਇਹ ਮੰਨਿਆ ਜਾਂਦਾ ਕਿ ਲਾਰੈਂਸ ਗਰੁੱਪ ਉਹਦੀ ਇਨਵੋਲਵਮੈਂਟ ਤੇ ਸ਼ੱਕ ਕਰਦਾ ਸੀ ਕਿ ਇਸ ਵਿਅਕਤੀ ਦੀ ਇਨਵੋਲਵਮੈਂਟ ਹੈ। ਸਿੱਧੂ ਦੀ ਮਾੜੀ ਮੋਟੀ ਉਹਦੇ ਨਾਲ ਦੋਸਤੀ ਸੀਗੀ। ਠੀਕ ਹੈ, ਉਹਦੇ ਇਨਵੀਟੇਸ਼ਨ ਤੇ ਸਿੱਧੂ ਉੱਥੇ ਗਿਆ ਸੀ ਔਰ ਉਦੋਂ ਉਹਨੇ ਇੰਨਾ ਸੀਰੀਅਸਲੀ ਲਿਆ ਹੀ ਨਹੀਂ ਇਸ ਗੱਲ ਨੂੰ
ਕਿ ਇੱਕ ਟੂਰਨਾਮੈਂਟ ਹੀ ਤਾਂ ਕੀ ਖਾਸ ਗੱਲ ਹੈ, ਔਰ ਉਹ ਨੌਜਵਾਨ ਹੁਣ ਵੀ ਸ਼ਾਇਦ ਉਹ ਫਰਾਰ ਹੈ ਨੌਜਵਾਨ। ਪਰ ਜਦੋਂ ਸਿੱਧੂ ਨੂੰ ਬਿਸ਼ਨੋਈ ਦੀ ਕਾਲ, ਲਾਰੈਂਸ ਦੀ ਕਾਲ ਜਾਂਦੀ ਹੈ ਤੇ ਫਿਰ ਕੀ ਨਹੀਂ ਸਮਝ ਨਹੀਂ ਸਕਿਆ ਹੋਣਾ ਉਹ ਉਸ ਵੇਲੇ ਗ੍ਰੈਵਿਟੀ ਨੂੰ ਨਹੀਂ ਸ਼ਾਇਦ ਸਮਝਿਆ। ਇੱਕ ਨੌਜਵਾਨ ਫਿਰੋਜ਼ਪੁਰ ਪਿੰਡ ਦਾ ਜੀ, ਜਿਹੜਾ ਨਿਊ ਚੰਡੀਗੜ੍ਹ ਦਾ ਫਿਰੋਜ਼ਪੁਰ ਪਿੰਡ ਹੈ, ਜਿਹੜਾ ਸਾਰੇ ਪਿੰਡ ਨੇੜੇ ਹੈ, ਉਹ ਵੀ ਸਿੱਧੂ ਦੇ ਚੰਗੇ ਦੋਸਤਾਂ ਚੋਂ ਮਾੜਾ ਮੋਟਾ ਮਿਲਨਸਾਰ ਉਹ ਨੌਜਵਾਨ ਵੀ ਸੀਗਾ। ਉਹ ਨੌਜਵਾਨ ਵੀ ਲੱਕੀ ਪਟਿਆਲ ਗਰੁੱਪ ਦਾ ਦੱਸਿਆ ਜਾਂਦਾ ਹੈ। ਹੁਣ ਇਹਦੇ 'ਚ ਵੀ ਬੜੀ ਇੱਕ ਇੰਟਰਸਟਿੰਗ ਗੱਲ ਇਹ ਹੈ ਕਿ ਜਿੰਨੇ ਨੌਜਵਾਨ ਨੇ ਇਹਨਾਂ ਦਾ ਕੀ ਕੋਈ ਵਾਪਸੀ ਦਾ ਰਾਹ ਸਾਡਾ ਸਮਾਜ ਜਾਂ ਪੁਲਿਸ ਛੱਡ ਰਹੀ ਹੈ ਕਿ ਨਹੀਂ, ਇਹ ਸਾਨੂੰ ਦੇਖਣਾ ਪਊਗਾ ਜੀ। ਜੇ ਕੋਈ ਨਾਲ ਸੰਬੰਧ ਨਿਕਲ ਆਇਆ ਜਾਂ ਦੋਸਤੀ ਨਿਕਲ ਆਈ ਜਾਂ ਪੁਰਾਣਾ ਦੋਸਤ ਨਿਕਲ ਗਿਆ, ਜਾਂ ਜੇ ਕੋਈ ਪ੍ਰੈਸ਼ਰ 'ਚ ਵੀ ਅੱਜ ਕਿਸੇ ਗੈਂਗਸਟਰ ਦਾ ਫੋਨ ਆਉਂਦਾ ਤਾਂ ਸ਼ਾਇਦ ਕੋਈ ਬੰਦਾ ਪ੍ਰੈਸ਼ਰ ਦੇ ਵਿੱਚ ਕੁਝ ਵੀ ਕਰਦਾ, ਤਾਂ ਕੀ ਜੇ ਕੋਈ ਪ੍ਰੈਸ਼ਰ 'ਚ ਵੀ ਕੁਝ ਕਰ ਰਿਹਾ ਤਾਂ ਕੱਲ ਨੂੰ ਉਹ ਉਸ ਗਰੁੱਪ ਦਾ ਮੈਂਬਰ ਕਹਿ ਕੇ ਸੰਬੋਧਨ ਕੀਤਾ ਜਾਊਗਾ। ਇਹ ਪੁਲਿਸ ਨੂੰ ਵੀ ਦੇਖਣਾ ਪਊਗਾ, ਇਹ ਸਾਨੂੰ ਮੀਡੀਆ ਨੂੰ ਵੀ ਦੇਖਣਾ ਪਊਗਾ ਕਿ ਗੈਂਗਸਟਰ ਦਾ ਮਤਲਬ, ਗੈਂਗਸਟਰ ਦੀ ਪਰਿਭਾਸ਼ਾ ਤਾਂ ਤੈਅ ਕਰਨੀ ਪਊਗੀ ਨਾ। ਸਾਰੇ ਉਹ ਨੌਜਵਾਨ ਜਿਹੜੇ ਮਾੜੇ ਮੋਟੇ ਕਿਤੇ ਕੋਈ ਕਮੀ ਪੇਸ਼ੀ ਗਲਤੀ ਕਰ ਗਏ, ਸ਼ਾਇਦ ਉਹ ਵਾਪਸ ਆਉਣਾ ਚਾਹੁੰਦੇ ਹੋਣ, ਪਰ ਅਸੀਂ ਉਹਨਾਂ ਨੂੰ ਗੈਂਗਸਟਰ ਕਹਿ ਕੇ ਵਾਪਸੀ ਦਾ ਰਾਹ ਹੀ ਛੱਡਤਾ ਜੀ। ਤਾਂ ਇਸ ਪੂਰੀ ਕਹਾਣੀ ਦੇ ਵਿੱਚ ਜਿਹੜੇ 3 ਨੌਜਵਾਨ ਮੈਂ ਤੁਹਾਨੂੰ ਦੱਸਿਆ ਕਿਵੇਂ ਉੱਠੇ ਜੀ, ਕਿਵੇਂ ਇੱਕ ਕਤਲ ਹੁੰਦਾ ਜਿਹਦੇ ਚੋਂ ਇੱਕ ਦੋਸਤ ਜੇਲ੍ਹ ਚਲਾ ਜਾਂਦਾ ਤੇ ਉਹ ਬਾਅਦ ਦੇ ਵਿੱਚ ਇਹਨਾਂ ਦੀ ਦੋਸਤੀ 'ਚ ਫਿੱਕ ਪੈ ਜਾਂਦੀ ਹੈ। 2 ਇਹ ਜਿਹੜੇ ਆ ਉਹਦੇ ਚੋਂ ਇੱਕ ਬਾਹਰ ਚਲਾ ਜਾਂਦਾ ਜਿਹੜਾ ਟੂਰਨਾਮੈਂਟ ਆਰਗੇਨਾਈਜ਼ ਕਰਾਉਂਦਾ, ਔਰ ਤੀਜਾ ਲੱਕੀ ਪਟਿਆਲ ਦਾ ਨਾਮ ਉਹਦੇ 'ਚ ਆ ਜਾਂਦਾ। ਔਰ ਲੱਕੀ ਪਟਿਆਲ ਵੀ ਬਾਅਦ 'ਚ ਅਰਮੀਨੀਆ 'ਚ ਸੁਖਪ੍ਰੀਤ ਬੁੱਢਾ ਤੇ ਲੱਕੀ ਫਰਾਰ ਹੋਏ ਸੀ। ਸੁਖਪ੍ਰੀਤ ਬੁੱਢੇ ਨੂੰ ਪੁਲਿਸ ਪੰਜਾਬ ਦੀ ਉੱਥੋਂ ਲੈ ਆਉਂਦੀ ਹੈ ਤੇ ਲੱਕੀ ਦਾ ਪਤਾ ਨਹੀਂ ਉਹ ਕਿੱਥੇ ਚਲਾ ਜਾਂਦਾ ਜਾਂ ਲੱਕੀ ਕਿੱਥੇ ਗਿਆ। ਉਹ ਸਾਰੇ ਕਹਾਣੀ ਅਸੀਂ ਜਾਣਦੇ ਹਾਂ ਉਸ ਗੱਲ ਦੀ ਜੀ। ਪਰ ਇਸ ਪੂਰੇ ਐਪੀਸੋਡ ਦੇ ਵਿੱਚ ਤੁਸੀਂ ਦੇਖੋ ਕਿ ਜਿਹੜੀਆਂ ਤਾਰਾਂ ਤੇ ਕਨੈਕਸ਼ਨ ਕਿੱਥੋਂ ਜੁੜਦੇ, ਕਿੱਥੋਂ ਸ਼ੁਰੂਆਤ ਹੋਈ ਕਿ ਉਹ ਦੋਸਤ ਅੱਡ ਹੁੰਦੇ ਆ, ਫਿਰ ਜਾ ਕੇ ਉਹ ਦੂਜਾ ਗਰੁੱਪ ਤੇ ਫਿਰ ਉਹ ਆਪਣੇ ਦੋਸਤ ਦੇ ਟੂਰਨਾਮੈਂਟ ਨੂੰ ਰੋਕਣ ਵਾਸਤੇ ਕਿ ਇਹ ਟੂਰਨਾਮੈਂਟ ਨਹੀਂ ਆਉਣਾ ਚਾਹੀਦਾ ਜਾਂ ਇਹਦੇ 'ਚ ਕੋਈ ਵੱਡਾ ਬੰਦਾ ਨਹੀਂ ਆਉਣਾ ਚਾਹੀਦਾ, ਉਹ ਦੋਸਤੀ 'ਚ ਐਸਾ ਫਰਕ ਪੈਂਦਾ ਕਿ ਗੱਲ ਵੱਧਦੀ ਅੱਜ ਮੈਂ ਤੁਹਾਨੂੰ ਕਹਿ ਕੇ ਸਭ ਕੁਝ ਜੁੜਿਆ ਹੋਇਆ, ਆਈਸੋਲੇਟਡ ਕੁਝ ਨਹੀਂ ਹੁੰਦਾ। ਇਹਦਾ ਮਤਲਬ ਇਹ ਹੈ ਕਿ ਜੈਜੀ ਨੇ ਉਹ ਟੂਰਨਾਮੈਂਟ ਰਖਵਾਉਣ ਦੇ ਲਈ ਨਹੀਂ, ਮੈਂ ਨਹੀਂ ਕਹਿ ਰਿਹਾ ਜੈਜੀ ਨੇ ਉਹ ਟੂਰਨਾਮੈਂਟ ਰਖਵਾਇਆ, ਮੈਂ ਨਹੀਂ ਕਹਿ ਰਿਹਾ ਇਹ, ਪਰ ਜਿੱਥੋਂ ਤੱਕ ਇਹ ਕਹਾਣੀ ਸਮਝ ਆ ਰਹੀ ਹੈ, ਜਿੱਥੋਂ ਤੱਕ ਇਹ ਪਤਾ ਲੱਗਿਆ ਕਿ ਉਹ ਦੋਸਤੀ 'ਚ ਫਰਕ ਪੈ ਗਿਆ ਸੀ ਔਰ ਜੈਜੀ ਉਹਨਾਂ ਦੇ ਕਹੇ ਤੇ ਹੁਣ ਜਾਂ ਦੋਸਤੀ 'ਚ ਫਰਕ ਪੈਣ ਤੋਂ ਬਾਅਦ ਇੱਕ ਗਰੁੱਪਿਜ਼ਮ ਹੋ ਗਿਆ ਸੀ ਨਾ, ਹੋ ਗਿਆ ਸੀ। ਤਾਂ ਇਕੱਲੇ ਜੈਜੀ ਨੇ ਰੋਕਿਆ ਜਾਂ ਨਹੀਂ ਰੋਕਿਆ ਜਾਂ ਪੂਰੇ ਗਰੁੱਪ ਨੇ ਰੋਕਿਆ ਜਾਂ ਰੁਕਵਾਇਆ, ਇਹ ਹਾਲੇ ਵੀ ਐਕਸਪਲੋਰ ਕਰਨ ਵਾਲੀਆਂ ਗੱਲਾਂ ਨੇ। ਲਾਰੈਂਸ ਤਾਂ ਪਿਕਚਰ ਵਿੱਚ ਨਹੀਂ ਸੀ ਉਦੋਂ ਤੱਕ। ਲਾਰੈਂਸ ਪਿਕਚਰ ਦੇ ਵਿੱਚ ਆਉਂਦਾ ਹੈ ਕਿਉਂਕਿ ਲਾਰੈਂਸ ਸਿੱਧੂ ਨੂੰ ਫੋਨ ਕਰਦਾ ਕਿ ਇਸ ਟੂਰਨਾਮੈਂਟ ਤੇ ਨਹੀਂ ਜਾਣਾ। ਬਿਲਕੁਲ, ਕਿਉਂ ਇਹ ਮੰਨਿਆ ਗਿਆ ਕਿ ਜੈਜੀ ਉਦੋਂ ਤੱਕ ਲਾਰੈਂਸ ਦੇ ਨਾਲ ਦੋਸਤੀ ਦੇ ਵਿੱਚ ਆ ਗਿਆ ਸੀ, ਉਹ ਦੋਸਤ ਬਣ ਗਏ ਸੀਗੇ। ਪਰ ਹਾਂ, ਅੱਜ ਦੇ ਇਸ ਮਰਡਰ ਦੇ ਨਾਲ ਜੈਜੀ ਦਾ ਕੋਈ ਸੰਬੰਧ ਨਹੀਂ ਹੈ। ਜੋ ਹੁਣ ਤੱਕ ਜੋ ਅਸੀਂ ਇਹ ਗੱਲ ਕਰ ਰਹੇ ਹਾਂ, ਇਹ ਤਾਂ ਅਸੀਂ ਪਾਸਟ ਦੀ ਗੱਲ ਕਰ ਰਹੇ ਹਾਂ ਕਿ ਕਿਵੇਂ ਚੀਜ਼ਾਂ ਅਨਫੋਲਡ ਹੋਈਆਂ। ਇਸ ਮਰਡਰ ਨਾਲ ਕਿਤੇ ਆਇਆ, ਜੈਜੀ ਦਾ ਕੋਈ ਨਾਮ ਨਹੀਂ ਹੈ। ਜੈਜੀ ਇਹ ਤਾਂ ਕਹਾਣੀ ਸਿਰਫ ਇਸ ਕਰਕੇ ਮੈਂ ਤੁਹਾਨੂੰ ਦੱਸੀ ਹੈ ਕਿ ਸ਼ੁਰੂਆਤ ਕਿਵੇਂ ਹੁੰਦੀ ਹੈ। 3 ਦੋਸਤ, ਪਹਿਲਾਂ 2 ਦੋਸਤ, ਫਿਰ ਸੁਦਾਗਰ ਦੇ ਨਾਲ ਲੜਾਈ, ਫਿਰ ਸੁਦਾਗਰ ਦੀ ਮੌਤ, ਫਿਰ ਜੈਜੀ ਲੱਕੀ ਦਾ ਇਹਨਾਂ ਦੇ ਨਾਲ ਫਿਰ ਸ਼ਾਮਲ ਹੋਣਾ ਦੋਸਤੀ ਦੇ ਵਿੱਚ, ਉਹ ਲਾਂਡਰਾ ਐਡਮਿਸ਼ਨ ਲੈ ਲੈਂਦਾ, ਫਿਰ ਉਹ ਤੀਜਾ ਮੁੰਡਾ ਜੈਜੀ ਲੱਕੀ ਦੋਸਤ ਬਣਦੇ ਆ, ਫਿਰ ਸਜ਼ਾ ਹੋ ਜਾਂਦੀ ਹੈ, ਇੱਕ ਬਾਹਰ ਭੱਜ ਜਾਂਦਾ, ਫਿਰ ਲੱਕੀ ਬਾਅਦ ਦੇ ਵਿੱਚ ਬਾਹਰ ਭੱਜ ਜਾਂਦਾ, ਫਿਰ ਉਹਨਾਂ ਦੇ ਆਪਸੀ ਰਿਫਟ ਪੈ ਜਾਂਦੇ ਨੇ ਦੋਸਤੀ ਦੇ ਵਿੱਚ, ਫਿਰ ਗਰੁੱਪਿਜ਼ਮ ਹੋ ਜਾਂਦਾ, ਫਿਰ ਉਹ ਇੱਕ ਦੋਸਤ ਟੂਰਨਾਮੈਂਟ ਜਦੋਂ ਕਰਾਉਂਦਾ ਤਾਂ ਬਾਕੀ ਸ਼ਾਇਦ ਇਹ ਸੋਚਦੇ ਵੀ ਅਸੀਂ ਤੈਨੂੰ, ਦੂਜਾ ਇਹ ਕਹਿੰਦਾ ਵੀ ਨਹੀਂ ਕਰਾਉਣ ਦੇਣਾ, ਔਰ ਬਾਕੀ ਉਹ ਦੂਜੇ ਗਰੁੱਪ ਜਿਹੜੇ ਨੇ ਉਹ ਸਟਰੋਂਗ ਲਈ ਉਹ ਜਦੋਂ ਪਤਾ ਲੱਗਦਾ ਕਿ ਸਿੱਧੂ ਨੇ ਆਉਣਾ ਤਾਂ ਉਹ ਸਿੱਧੂ ਨੂੰ ਰੋਕਦੇ ਆ ਕਿ ਤੂੰ ਇਸ ਟੂਰਨਾਮੈਂਟ ਤੇ ਨਹੀਂ ਜਾਣਾ। ਇੱਥੋਂ ਸ਼ਾਇਦ ਮੈਨੂੰ ਇਹ ਲੱਗਦਾ, ਹੁਣ ਮੇਰੀ ਆਪਣੀ ਆਬਜ਼ਰਵੇਸ਼ਨ ਇਹ ਹੈ ਕਿ ਸ਼ਾਇਦ ਇਸ ਟੂਰਨਾਮੈਂਟ ਤੇ ਲਾਰੈਂਸ ਦੇ ਮਨਾ ਕਰਨ ਦੇ ਬਾਵਜੂਦ ਵੀ ਜਦੋਂ ਸਿੱਧੂ ਜਾਂਦਾ ਤਾਂ ਸ਼ਾਇਦ ਲਾਰੈਂਸ ਨੂੰ ਜਾਂ ਲਾਰੈਂਸ ਦੇ ਗਰੁੱਪ ਨੂੰ ਇਹ ਲੱਗਦਾ ਹੈ ਕਿ ਸਿੱਧੂ ਸ਼ਾਇਦ ਲੱਕੀ ਪਟਿਆਲ ਜਾਂ ਬੰਬੀਹਾ ਗਰੁੱਪ, ਕਿਉਂਕਿ ਬੰਬੀਹਾ ਗਰੁੱਪ ਤੇ ਲੱਕੀ ਪਟਿਆਲ ਗਰੁੱਪ ਆਪਸ 'ਚ ਦੋਸਤ ਨੇ, ਇਹ ਪੂਰਾ ਇਹ, ਤਾਂ ਉਹਨਾਂ ਨੂੰ ਇਹ ਲੱਗਦਾ ਕਿ ਇਹ ਇਸ ਗਰੁੱਪ ਦੇ ਨੂੰ ਸ਼ਾਇਦ ਸਮਰਥਨ ਦੇ ਰਿਹਾ ਜਾਂ ਸਪੋਰਟ ਕਰਦਾ, ਜੋ ਵੀ ਉਹਨਾਂ ਨੂੰ ਲੱਗਿਆ। ਔਰ ਉਸ ਤੋਂ ਬਾਅਦ ਫਿਰ ਘਟਨਾਵਾਂ ਕਿਵੇਂ ਵਾਪਰਦੀਆਂ ਤੁਸੀਂ ਦੇਖੋ। ਗੁਰਲਾਲ
ਬਰਾੜ ਦਾ ਕਤਲ, ਗੁਰਲਾਲ ਭਲਵਾਨ ਦਾ ਕਤਲ, ਵਿੱਕੀ ਮਿੱਡੂ ਖੇੜੇ ਦਾ ਕਤਲ ਹੋ ਜਾਂਦਾ ਹੈ, ਸੰਦੀਪ ਨੰਗਲ ਅੰਬੀਆਂ ਦਾ ਕਤਲ ਹੋ ਜਾਂਦਾ ਹੈ। ਉਸ ਤੋਂ ਬਾਅਦ ਦੀ ਕਹਾਣੀ ਤਾਂ ਰੀਸੈਂਟ ਹੈ, ਕੜੀ ਦਰ ਕੜੀ ਦਰਸ਼ਕ ਵੀ ਜੋੜ ਸਕਦੇ, ਤੁਹਾਨੂੰ ਵੀ ਸਾਰੀ ਗੱਲ ਦਾ ਪਤਾ ਹੈ ਕਿ ਜਦੋਂ ਇਹ ਸ਼ੱਕ ਹੋ ਗਿਆ, ਦਿਮਾਗ 'ਚ ਇਹ ਗੱਲ ਆ ਗਈ, ਤਾਂ ਉਹ ਅੱਗੇ ਜਾ ਕੇ ਘਟਨਾਵਾਂ ਵਾਪਰਦੀਆਂ ਗਈਆਂ ਤਾਂ ਉਹਨਾਂ ਨੇ ਸਿੱਧੂ ਨੂੰ ਉਹਦੇ ਵਿੱਚ ਇਨਵੋਲਵਡ ਸਮਝਿਆ। ਕਹਿੰਦੇ ਰਹੇ ਨਾ, ਉਹਨਾਂ ਨੇ ਆਪਦੀਆਂ ਪੋਸਟਾਂ 'ਚ ਵੀ ਲਿਖਿਆ। ਇੱਕ ਉਹਨੇ ਵੀ ਕਿਹਾ, ਜਿਹੜਾ ਸਚਿਨ ਬਿਸ਼ਨੋਈ ਨੇ ਵੀ ਇਹ ਗੱਲ ਕਹੀ ਵੀ ਇਹ ਵਿੱਕੀ ਮਿੱਡੂ ਖੇੜੇ ਤੇ ਗੁਰਲਾਲ ਬਰਾੜ ਦੇ ਕਤਲ ਦੇ ਵਿੱਚ, ਵਿੱਕੀ ਮਿੱਡੂ ਖੇੜੇ ਦਾ ਲਿਖਿਆ ਕਿ ਸਾਡੇ ਭਰਾ ਦੇ ਕਤਲ ਦੇ ਵਿੱਚ ਇਹ ਇਨਵੋਲਵਡ ਸੀਗਾ। ਸਿੱਧੂ ਦੀ ਇਨਵੋਲਵਮੈਂਟ ਸੀ ਨਹੀਂ ਸੀ, ਇਹ ਉਹ ਵੀ ਚੀਕ ਕੇ ਕਹਿੰਦਾ ਰਿਹਾ ਨਹੀਂ ਸੀ। ਸ਼ਗਨ ਵਾਲੀ ਗੱਲ ਵੀ ਆਈ। ਪਰ ਇਸ ਪੂਰੇ ਐਪੀਸੋਡ ਦੇ ਵਿੱਚ ਜੋ ਅੱਜ ਸਾਡਾ ਐਪੀਸੋਡ ਕਰਨ ਦਾ ਮਕਸਦ ਹੈ, ਸਾਨੂੰ ਸਮਾਜਿਕ ਤੌਰ ਤੇ ਵੀ ਇੱਕ ਰਾਹ ਵਾਪਸੀ ਦਾ ਛੱਡਣਾ ਪਊਗਾ ਨੌਜਵਾਨਾਂ ਵਾਸਤੇ। ਸਿੱਧੂ ਦੇ ਕਾਤਲਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ, ਤੁਰੰਤ ਮਿਲਣੀ ਚਾਹੀਦੀ ਹੈ, ਔਰ ਇਸ ਕ੍ਰਾਈਮ ਦੀ ਦੁਨੀਆ ਤੋਂ ਸਾਈਕੀ ਜਿਹੜੀ ਹੈ ਨੌਜਵਾਨਾਂ ਦੀ, ਉਹਨੂੰ ਬਦਲਣ ਵਾਸਤੇ ਸਮਾਜ ਨੂੰ ਵੀ ਕੁਝ ਕਰਨਾ ਪਊਗਾ। ਮੀਡੀਆ ਨੂੰ ਇਹ ਜ਼ਿੰਮੇਵਾਰੀ ਨਿਭਾਉਣੀ ਪਊਗੀ ਕਿ ਪੁਲਿਸ ਜੇ ਹਰੇਕ ਨੂੰ ਗੈਂਗਸਟਰ ਕਹਿ ਕੇ ਰਿਪੋਰਟ ਕਰ ਰਹੀ ਹੈ ਤਾਂ ਅਸੀਂ ਖਬਰ ਲਾਉਣ ਤੋਂ ਪਹਿਲਾਂ 10 ਵਾਰੀ ਇਹ ਸੋਚੀਏ ਕਿ ਇਹਨੂੰ ਗੈਂਗਸਟਰ ਲਿਖਣਾ ਹੈ ਕਿ ਨਹੀਂ ਲਿਖਣਾ। ਕੀ ਇੱਕ ਨੌਜਵਾਨ ਜਿਹੜਾ ਸ਼ਾਇਦ ਉਹਦੇ ਕੋਲ ਇੱਕ ਅਸਲਾ ਮਿਲ ਗਿਆ, ਉਹਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈ, ਉਹਨੇ ਕੁਝ ਵੀ ਨਹੀਂ ਕੀਤਾ ਜੀ, ਕੀ ਉਹਨੂੰ ਅਸੀਂ ਗੈਂਗਸਟਰ ਕਵਾਂਗੇ? ਔਰ ਮੀਡੀਆ ਦੇ ਵਿੱਚ ਕੀ ਪੁਲਿਸ ਸਿਰਫ ਆਪਦੀ ਵਾਹਵਾਹੀ ਖੱਟਣ ਵਾਸਤੇ ਕਿ ਅਸੀਂ ਬੰਬੀਹੇ ਗਰੁੱਪ ਦੇ, ਲਾਰੈਂਸ ਗਰੁੱਪ ਦੇ 4 ਫੜ ਲਏ, ਹਰ ਇੱਕ ਨੌਜਵਾਨ ਨੂੰ ਗੈਂਗਸਟਰ ਕਹਿਣਾ ਸ਼ੁਰੂ ਕਰ ਦਿਆਂਗੇ? ਬਿਲਕੁਲ। ਗੈਂਗਸਟਰ ਦੀ ਪਰਿਭਾਸ਼ਾ ਤੈਅ ਕਰਨੀ ਪਊਗੀ, ਗੈਂਗਸਟਰ ਕੌਣ ਹੈ। ਔਰ ਜਦੋਂ ਤੁਸੀਂ ਉਸ ਨੌਜਵਾਨ ਨੂੰ ਗੈਂਗਸਟਰ ਕਹਿ ਕੇ ਸੰਬੋਧਨ ਕਰਕੇ ਉਹਦੀ ਲਾਈਫ ਖਰਾਬ ਕਰਤੀ, ਫਿਰ ਉਹਨੇ 100% ਕ੍ਰਿਮੀਨਲ ਬਣਨਾ ਹੀ ਬਣਨਾ ਹੈ। ਫਿਰ ਉਹ ਬਾਹਰ ਆ ਕੇ ਕੀ ਉਹਦੇ ਕੋਲ ਕੀ ਬਚਿਆ ਜੀ, ਸਮਾਜਿਕ ਤੌਰ ਤੇ ਉਹਦੇ ਕੋਲੇ ਕੀ ਬਚਿਆ? ਮੈਨੂੰ ਰਾਓ ਜੀ ਤੁਸੀਂ ਦੱਸੋ। ਇੱਕ ਨੌਜਵਾਨ ਜਿਹਦੇ ਤੋਂ ਕੋਈ ਗਲਤੀ ਹੋ ਗਈ, ਉਹ ਨਹੀਂ ਚਾਹੁੰਦਾ ਸੀ ਕਰਨਾ ਜਾਂ ਜਾਣਬੁੱਝ ਕੇ ਵੀ ਹੋ ਗਈ, ਪਰ ਉਹਨੂੰ ਰਿਅਲਾਈਜੇਸ਼ਨ ਹੋਈ ਕਿ ਨਹੀਂ ਮੈਂ ਗਲਤ ਰਾਹ ਤੇ ਹਾਂ। ਜੇ ਉਹ ਜੇਲ੍ਹ ਵੀ ਚਲਾ ਗਿਆ, 6 ਮਹੀਨੇ ਲਾ ਕੇ ਬਾਹਰ ਵੀ ਆਇਆ, ਬਾਹਰ ਆਉਂਦਿਆਂ ਨੂੰ ਨਾ ਉਹਦਾ ਰਿਸ਼ਤਾ ਹੋਣਾ, ਬਿਲਕੁਲ ਨਹੀਂ ਹੋਣਾ। ਜਿਹੜੇ ਨੌਜਵਾਨ ਦੀ ਮੈਂ ਗੱਲ ਕਰ ਰਿਹਾ, ਜਿਹੜੇ ਨੌਜਵਾਨ ਦੀ ਮੈਂ ਤੀਜੇ ਬੰਦੇ ਦੀ ਗੱਲ ਕਰ ਰਿਹਾ ਨਾ, ਉਹਦੇ 2 ਰਿਸ਼ਤੇ ਮੈਨੂੰ ਪਤਾ ਲੱਗਿਆ ਕਿ ਇਸ ਗੱਲੋਂ ਟੁੱਟੇ ਕਿ ਉਹਦੇ ਤੇ ਗੈਂਗਸਟਰ ਦਾ ਧੱਬਾ ਲੱਗ ਗਿਆ। ਕੀ ਉਹ ਗੈਂਗਸਟਰ ਸੀ ਨੌਜਵਾਨ? ਕੀ ਉਹਨਾਂ ਨੂੰ ਅਸੀਂ ਗੈਂਗਸਟਰ ਤਾਂ ਸਾਨੂੰ ਇਹ ਗੱਲ ਨੂੰ ਵਿਚਾਰਨਾ ਪਊਗਾ। ਔਰ ਸਾਨੂੰ ਵੱਡੇ ਛੋਟੇ ਨਾਵਾਂ ਦੇ ਵਿੱਚ ਅਸੀਂ ਗਲੋਰੀਫਾਈ ਵੀ ਤਾਂ ਕਰਤਾ ਨਾ, ਇਹ ਬਹੁਤ ਵੱਡਾ ਹੈ। ਬਾਕੀ ਥਲੜੀ ਪੀੜੀ ਵੀ ਤਾਂ ਸ਼ਾਇਦ ਇਹ ਸੋਚ ਰਹੀ ਹੋਵੇ, ਅੱਛਾ ਜਿਹਦਾ ਥੋੜਾ ਜਿਹਾ ਕ੍ਰਿਮੀਨਲ ਮਾਈਂਡ ਬਣਿਆ, ਯਾਰ ਮੈਂ ਤਾਂ ਇਹਦੇ ਵਰਗਾ ਬਣਨਾ। ਜਦੋਂ ਕੋਈ ਵਿਰਾਟ ਕੋਹਲੀ ਨੂੰ ਦੇਖਦਾ ਕ੍ਰਿਕਟਰ ਤਾਂ ਕਹਿੰਦਾ ਯਾਰ ਮੈਂ ਕੋਹਲੀ ਬਣਨਾ, ਮੈਂ ਇਸ ਲੈਵਲ ਦਾ ਆਪਦੇ ਅੰਦਰ ਡਿਟਰਮੀਨੇਸ਼ਨ ਲੈ ਕੇ ਆਉਣਾ ਜੀ। ਮੈਂ ਜਦੋਂ ਹੋਰ ਫੀਲਡਾਂ 'ਚ ਦੇਖਦਾ, ਪੋਲੀਟਿਕਸ 'ਚ ਦੇਖਦੇ, ਮੈਂ ਇਹਦੇ ਵਰਗਾ ਬਣਨਾ, ਜਿਹਦੇ 'ਚ ਦਿਮਾਗ 'ਚ ਥੋੜਾ ਬਹੁਤ ਵੀ ਜੇ ਕੋਈ ਕ੍ਰਿਮੀਨਲ ਐਸਪੈਕਟ ਆਇਆ ਤਾਂ ਉਹ ਇਹ ਨਾ ਸੋਚੇ ਵੀ ਮੈਂ ਇਹਦੇ ਵਰਗਾ ਬਣਨਾ। ਜਦੋਂ ਅਸੀਂ ਚੀਜ਼ਾਂ ਨੂੰ ਗਲੋਰੀਫਾਈ ਕਰਤਾ ਤਾਂ ਫਿਰ ਉਹ ਥਾਟ ਆਊਗਾ ਉਹਦੇ ਵਿੱਚ। ਸੋ ਇਹ ਵੀ ਰੋਕਣਾ ਜ਼ਰੂਰੀ ਹੈ। ਪਰ ਇਸ ਪੂਰੇ ਐਪੀਸੋਡ ਦੇ ਵਿੱਚ ਕਿਵੇਂ ਲੱਕੀ ਬਣਿਆ, ਮੈਂ ਤੁਹਾਨੂੰ ਜ਼ਿਕਰ ਕੀਤਾ, ਕਿਵੇਂ ਜੁੜਦੀ ਹੈ ਕੜੀ, ਉਸ ਟੂਰਨਾਮੈਂਟ ਦੇ ਵਿੱਚ ਕੀ ਹੁੰਦਾ, ਉਸ ਟੂਰਨਾਮੈਂਟ ਨੇ ਬਹੁਤ ਵੱਡਾ ਰਿਫਟ ਪਾਇਆ। ਇਹ ਸੱਚ ਹੈ, ਇਸ ਨੂੰ ਕੋਈ ਝੁਠਲਾ ਨਹੀਂ ਸਕਦਾ।